ਬਰਨਾਲਾ ਹਲਕੇ 'ਚ ਕਿਉਂ ਉੱਠ ਰਹੀ ਹੈ ਕਾਂਗਰਸੀ ਉਮੀਦਵਾਰ ਨੂੰ ਬਦਲਣ ਦੀ ਮੰਗ। ਜਿਹੜੀ ਕਾਂਗਰਸ ਤੋਂ ਮੋਹ ਭੰਗ ਨਹੀਂ ਹੋਇਆ, ਇੱਥੋਂ ਦੇ ਉਮੀਦਵਾਰ ਤੋਂ ਮੋਹ ਭੰਗ ਹੋਇਆ। ਇਹ ਕਾਂਗਰਸ ਨੂੰ ਇਸ ਤਰ੍ਹਾਂ ਚਲਾ ਰਹੇ ਨੇ ਜਿਵੇਂ ਕਾਰਪੋਰੇਟ ਘਰਾਣੇ ਆ, ਜਿਵੇਂ ਕਿ ਬਿਜ਼ਨਸ ਨਹੀਂ ਚਲਾਉਂਦੇ ਹੁੰਦੇ, ਇਸ ਤਰ੍ਹਾਂ ਪਾਰਟੀ ਨੂੰ ਚਲਾ ਰਹੇ ਨੇ। ਜਿਹਦੇ ਵਿੱਚ ਅਸੀਂ ਇਹ ਕਹਿ ਲਈਏ ਵੀ ਆਦੇ ਕਿ ਪੇਡ ਵਰਕਰਾਂ ਰਾਹੀਂ ਕਾਂਗਰਸ ਨੂੰ ਚਲਾਏਗਾ, ਪਰ ਕਾਂਗਰਸ ਦਾ ਜਿਹੜਾ ਵਰਕਰ ਉਹ ਇਸ ਤਰ੍ਹਾਂ ਨਹੀਂ ਚੱਲੂਗਾ। ਨਹੀਂ, ਸਰਕਾਰ ਨੇ ਜ਼ਿਲ੍ਹਾ ਬਣਾਇਆ, ਨਾ ਕਿ ਕੇਵਲ ਸਿੰਘ ਢਿੱਲੋਂ ਨੇ ਜ਼ਿਲ੍ਹਾ ਬਣਾਇਆ। ਇਹ ਕਾਂਗਰਸ ਪਾਰਟੀ ਨੇ ਜ਼ਿਲ੍ਹਾ ਬਣਾਇਆ। ਜਾਨੋਂ ਮਾਰ ਦੇਣ ਦੀ ਨੀਤ, ਮੈਨੂੰ ਜਾਨੋਂ ਮਾਰ ਕੇ ਸਿੱਟ ਗਏ ਸੀ। ਆਹ ਕੌਣ ਅੱਜ ਬੀਜੇਪੀ ਚੋਂ ਲਿਆ ਕੇ ਚੇਅਰਮੈਨ ਲਾਤਾ, ਆਹ ਇਧਰੋਂ ਕੌਣ ਅਕਾਲੀ ਦਲ ਚੋਂ ਲਿਆ ਕੇ ਚੇਅਰਮੈਨ ਲਾਤਾ, ਸਾਡੇ ਸਿਰ ਤੇ ਵਹਾਤੇ। ਕਹਿੰਦੇ ਜੇ ਮੱਖਣ ਸ਼ਰਮੇ ਨੂੰ ਐਮਐਲਏ ਦੀ ਟਿਕਟ ਦਿੰਦੇ ਸੀ, ਐਮਐਲਏ ਮੱਖਣ ਸ਼ਰਮੇ ਦੀ ਮਦਦ ਕਰਾਂਗੇ। ਕਹਿੰਦੇ ਜੇ ਮੱਖਣ ਸ਼ਰਮੇ ਨੂੰ ਐਮਐਲਏ ਦੀ ਟਿਕਟ ਦਿੰਦੇ ਸੀ, ਐਮਐਲਏ ਮੱਖਣ ਸ਼ਰਮੇ ਦੀ ਮਦਦ ਕਰਾਂਗੇ। ਵੀ ਜਿੰਦਰਾ ਜੰਗਾਲ ਖਾ ਗਿਆ। ਅੱਜ ਤੱਕ ਉਹ ਦਫ਼ਤਰ ਨੂੰ ਜਿੰਦਾ ਲੱਗਿਆ ਕਿਤੇ ਖੁੱਲਿਆ ਦੇਖਿਆ ਕਿਸੇ ਨੇ? ਤੁਹਾਨੂੰ ਇਹ ਲੱਗਦਾ ਵੀ ਜਿਹੜਾ ਇਸ ਤਰ੍ਹਾਂ ਦੀਆਂ ਅਹੁਦੇਦਾਰੀਆਂ ਦਿੱਤੀਆਂ ਗਈਆਂ ਵੀ ਵਰਕਰਾਂ ਨੂੰ ਨਜ਼ਰਅੰਦਾਜ਼, ਕਿ ਦਾਲ ਕਾਲੇ ਤੋਂ ਬਿਨਾਂ ਨਹੀਂ, ਬਿਨਾਂ ਅਦਾਲਤ ਕਾਲੇ ਤੋਂ ਨਹੀਂ ਹੁੰਦੀਆਂ। ਇਹਦਾ ਮਤਲਬ ਤਾਂ ਦਾਲ ਹੀ ਕਾਲੀ ਹੈ। ਮੈਂ ਕਹਿੰਦਾ ਸਾਰੀ ਦਾਲ ਕਾਲੀ ਹੈ। ਸਾਰੀ ਟੂਡੇ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਅੱਜ ਫਿਰ ਅਸੀਂ ਜਿਹੜੇ ਲੋਕਾਂ ਦੇ ਬਹੁਤ ਚਰਚਿਤ ਪ੍ਰੋਗਰਾਮ ਖਰੀਆਂ ਗੱਲਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਮੈਂ ਤੁਹਾਡਾ ਆਪਣਾ ਹਰਿੰਦਰ ਨਿੱਕਾ। ਸਾਡੇ ਨਾਲ ਇਸ ਗੱਲਬਾਤ ਦੇ ਵਿੱਚ ਸ਼ਾਮਲ ਨੇ ਹਰਦੇਵ ਸਿੰਘ ਲੀਲਾ ਬਾਜਵਾ ਜੀ। ਤੇ ਅੱਜ ਦਾ ਜਿਹੜਾ ਸਾਡਾ ਗੱਲਬਾਤ ਦਾ ਵਿਸ਼ਾ ਹੈ ਉਹ ਹੈ ਬਰਨਾਲਾ ਹਲਕੇ 'ਚ ਕਿਉਂ ਉੱਠ ਰਹੀ ਹੈ ਕਾਂਗਰਸੀ ਉਮੀਦਵਾਰ ਨੂੰ ਬਦਲਣ ਦੀ ਮੰਗ। ਇਸ ਮੁੱਦੇ ਤੇ ਸਾਡੇ ਨਾਲ ਗੱਲਬਾਤ ਹਰਦੇਵ ਸਿੰਘ ਲੀਲਾ ਬਾਜਵਾ ਜੀ ਕਰਨਗੇ। ਮੈਂ ਇਹਨਾਂ ਭਾਵੇਂ ਹਰਦੇਵ ਸਿੰਘ ਲੀਲਾ ਬਾਜਵਾ ਜੀ ਇਹ ਕੋਈ ਜਾਣ ਪਛਾਣ ਦੇ ਮੁਤਾਜ ਨਹੀਂ, ਇਹ ਲਗਭਗ ਕਰੀਬ 18 ਸਾਲਾਂ ਤੋਂ ਇਹ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਨੇ। ਕਾਂਗਰਸ ਪਾਰਟੀ ਦੇ ਵਫਾਦਾਰ ਸਿਪਾਹੀ ਨੇ। 2003 ਦੇ ਵਿੱਚ ਇਹਨਾਂ ਨੇ ਐਮਸੀ ਦੀ ਚੋਣ ਆਜ਼ਾਦ ਲੜੀ ਸੀ ਤੇ ਆਜ਼ਾਦ ਚੋਣ ਲੜਨ ਤੋਂ ਬਾਅਦ, ਜਿੱਤਣ ਤੋਂ ਬਾਅਦ ਇਹ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਗਏ। ਉਦੋਂ ਤੋਂ ਇਹਨਾਂ ਨੇ ਕਾਂਗਰਸ ਦਾ ਪੱਲਾ ਫੜਿਆ ਤੇ ਅੱਜ ਤੱਕ ਇਹ ਕਾਂਗਰਸ ਪਾਰਟੀ ਨਾਲ ਖੜੇ ਨੇ। ਤੇ ਨਾਲ ਦੀ ਨਾਲ ਇਹਨਾਂ ਨੂੰ ਜਿਹੜੇ ਕਾਂਗਰਸ ਪਾਰਟੀ ਦਾ ਇੱਕ ਇਹਨਾਂ ਨੇ ਸੈੱਲ ਬਣਾਇਆ ਹੋਇਆ ਹੈ ਨੈਸ਼ਨਲ ਪੱਧਰ ਤੇ, ਪੰਜਾਬ ਪ੍ਰਦੇਸ਼ ਅਨਆਰਗੇਨਾਈਜ਼ਡ ਵਰਕਰਜ਼ ਕਾਂਗਰਸ, ਉਹਦਾ ਇਹਨਾਂ ਨੂੰ ਜ਼ਿਲ੍ਹਾ ਕੋਆਰਡੀਨੇਟਰ ਲਾਇਆ। ਜਦੋਂ ਤੋਂ ਇਹ ਕਾਂਗਰਸ ਪਾਰਟੀ ਨਾਲ ਜੁੜੇ ਨੇ ਲਗਭਗ ਹਰ ਪ੍ਰਧਾਨ ਦੇ ਨਾਲ, ਜਦੋਂ ਸੰਗਰੂਰ ਤੇ ਬਰਨਾਲਾ ਜ਼ਿਲ੍ਹਾ ਇਕੱਠੇ ਵੀ ਸੀ ਉਦੋਂ ਤੋਂ ਵੀ ਇਹ ਸੀਨੀਅਰ ਮੀਤ ਪ੍ਰਧਾਨ ਦੇ ਤੌਰ ਤੇ, ਜ਼ਿਲ੍ਹੇ ਦਾ ਸੀਨੀਅਰ ਮੀਤ ਪ੍ਰਧਾਨ ਦੇ ਤੌਰ ਤੇ ਕੰਮ ਕਰਦੇ ਰਹੇ ਨੇ। ਲੀਲਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਟੂਡੇ ਚੈਨਲ ਦਾ ਦਿਲ ਦੀਆਂ ਗਹਿਰਾਈਆਂ ਵਿੱਚ ਬਹੁਤ ਬਹੁਤ ਧੰਨਵਾਦ ਕਰਦਾ। ਮੈਂ ਸਾਰੇ ਹੀ ਮੇਰੇ ਜਿਹੜੇ ਸਰੋਤੇ ਨੇ, ਜਿਹੜੇ ਕਾਂਗਰਸ ਦੇ ਵਰਕਰ ਨੇ, ਜਿਹੜੇ ਆਪਾਂ ਨੂੰ ਸੁਣ ਰਹੇ ਨੇ, ਮੈਂ ਉਹਨਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਉਣਾ ਤੇ ਸਾਰਿਆਂ ਦਾ ਧੰਨਵਾਦ ਕਰਦਾ। ਬਾਜਵਾ ਸਾਹਿਬ, ਤੁਸੀਂ ਇੰਨੇ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋ, ਬੜੇ ਉਤਰਾਅ ਚੜ੍ਹਾਅ ਦੇਖੇ ਨੇ। ਹੁਣ ਇਹੋ ਜਿਹਾ ਕੀ ਹੋ ਗਿਆ ਵੀ ਤੁਹਾਡਾ ਮੋਹ ਭੰਗ ਹੁੰਦਾ ਜਾਂਦਾ ਹੈ? ਕੀ ਕਾਰਨ ਹੈ? ਨਹੀਂ, ਸਾਡਾ ਦੇਖੋ ਕਾਂਗਰਸ ਪਾਰਟੀ ਤੋਂ ਮੋਹ ਭੰਗ ਨਹੀਂ ਹੋਇਆ। ਕਾਂਗਰਸ ਪਾਰਟੀ ਨਾਲ ਅਸੀਂ ਜੁੜੇ ਹੋਏ ਹਾਂ। ਕਾਂਗਰਸ ਪਾਰਟੀ ਨਾਲ ਅਸੀਂ ਕੰਮ ਕਰ ਰਹੇ ਹਾਂ ਔਰ ਕਰਦੇ ਰਹਾਂਗੇ। ਅਸੀਂ ਇਹ ਨਹੀਂ ਹੈ ਵੀ ਕਾਂਗਰਸ ਪਾਰਟੀ ਛੱਡ ਕੇ ਜਾ ਵਗ ਜਾਵਾਂਗੇ, ਜਾਂ ਉਹਨਾਂ 'ਚੋਂ ਨਹੀਂ ਹੈ ਵੀ ਛੱਡ ਕੇ ਗਏ ਸੀ ਕਿਤੇ। ਜਦੋਂ ਤੋਂ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ, ਕਾਂਗਰਸ ਪਾਰਟੀ ਨਾਲ ਖੜੇ ਆ, ਕੋਈ ਮੋਹ ਭੰਗ ਨਹੀਂ ਹੋਇਆ। ਸਾਡਾ ਤਾਂ ਸਿਰਫ ਇੱਕੋ ਹੀ ਰੈਲਾ, ਅਸੀਂ ਕਾਂਗਰਸ ਨੂੰ ਜ਼ਿਲ੍ਹੇ ਦੇ ਵਿੱਚ ਕਿਵੇਂ ਬਚਾਉਣਾ ਹੈ। ਅੱਜ ਕਾਂਗਰਸ ਦੇ ਜਿਹੜੇ ਵਰਕਰ ਦੀ ਉਹਦੀ ਜਿਹੜੀ ਦੁਰਦਸ਼ਾ ਹੋ ਰਹੀ ਹੈ ਇੱਥੇ, ਜਾਂ ਜਿਹੜਾ ਕਾਂਗਰਸ ਦਾ ਵਰਕਰ ਅੱਜ ਭਟਕ ਰਿਹਾ ਹੈ, ਤੇ ਅਸੀਂ ਤਾਂ ਉਹ ਲੜਾਈ ਲੜ ਰਹੇ ਹਾਂ। ਕਾਂਗਰਸ ਦੇ ਜਿਹੜਾ ਵਰਕਰ ਹੈ ਉਹਦਾ ਜਿਹੜਾ ਮਾਣ ਸਨਮਾਨ ਆ ਉਹਨੂੰ ਕਿਵੇਂ ਬਹਾਲ ਕਰਨਾ। ਜਿਹੜੀ ਕਾਂਗਰਸ ਤੋਂ ਮੋਹ ਭੰਗ ਨਹੀਂ ਹੋਇਆ, ਇੱਥੋਂ ਦੇ ਉਮੀਦਵਾਰ ਤੋਂ ਮੋਹ ਭੰਗ ਹੋਇਆ। ਜਿਹੜੀ ਇੱਥੋਂ ਦੀ ਜ਼ਿਲ੍ਹੇ ਦੀ ਕਮਾਂਡ ਹੈ ਉਹ ਲਗਭਗ, ਮੈਂ ਬਰਨਾਲਾ ਹਲਕੇ ਦੀ ਨਹੀਂ ਗੱਲ ਕਰਦਾ, ਵੀ ਉਹ ਪੂਰੇ ਜ਼ਿਲ੍ਹੇ ਦੀ ਜਿਹੜੀ ਕਮਾਂਡ ਹੈ ਉਹ ਜਿਹੜੇ ਸਰਦਾਰ ਕੇਵਲ ਸਿੰਘ ਢਿੱਲੋਂ ਦੇ ਕੋਲੇ ਹੈ। ਵੀ ਇਹਦਾ ਮਤਲਬ ਜੇ ਕਾਂਗਰਸ ਤੋਂ ਮੋਹ ਨਹੀਂ ਭੰਗ ਹੋਇਆ, ਕਾਂਗਰਸ ਨਾਲ ਤੁਸੀਂ ਅੱਜ ਵੀ ਖੜੇ ਹੋ, ਤੇ ਫਿਰ ਇਹਦਾ ਮੋਹ ਭੰਗ ਹੈ ਜਿਹੜਾ ਉਹ ਕੇਵਲ ਸਿੰਘ ਢਿੱਲੋਂ ਨਾਲ ਹੋਇਆ। ਬਿਲਕੁਲ ਜਿਹੜੀ ਤੁਸੀਂ ਗੱਲ ਕਹੀ ਹੈ ਇਸ ਬਿਲਕੁਲ ਸਹੀ ਗੱਲ ਹੈ। ਜਿਹੜੇ ਸਰਦਾਰ ਕੇਵਲ ਸਿੰਘ ਢਿੱਲੋਂ ਨੇ ਨਾ, ਇਹ ਕਾਂਗਰਸ ਨੂੰ ਇਸ ਤਰ੍ਹਾਂ ਚਲਾ ਰਹੇ ਨੇ ਜਿਵੇਂ ਕਾਰਪੋਰੇਟ ਘਰਾਣੇ ਆ, ਜਿਵੇਂ ਕਿ ਬਿਜ਼ਨਸ ਨਹੀਂ ਚਲਾਉਂਦੇ ਹੁੰਦੇ, ਇਸ ਤਰ੍ਹਾਂ ਪਾਰਟੀ ਨੂੰ ਚਲਾ ਰਹੇ ਨੇ। ਇਹਦੇ ਵਿੱਚ ਹਰ ਤਰ੍ਹਾਂ ਜਿਹੜਾ ਕਾਂਗਰਸ ਦਾ ਇੱਕ ਸਿਪਾਹੀ ਹੈ, ਇੱਕ ਵਰਕਰ ਹੈ, ਉਹ ਹਰ ਬੰਦਾ ਘੁੱਟਣ ਮਹਿਸੂਸ ਕਰ ਰਿਹਾ। ਕਿਉਂ? ਕਾਂਗਰਸ ਦਾ ਜਿਹੜਾ ਵਰਕਰ ਆ ਉਹ ਬੜੇ ਲੰਬੇ ਸਮੇਂ ਤੋਂ ਸੰਤਾਪ ਭੋਗਿਆ। ਉਹਨਾਂ ਨੇ 12-13 ਸਾਲ, ਤੁਹਾਨੂੰ ਪਤਾ ਵੀ 10-12 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਹੈ। ਹਰ ਵਰਕਰ ਇਹ ਚਾਹੁੰਦਾ ਸੀ ਵੀ ਯਾਰ ਸਾਡੀ ਕਾਂਗਰਸ ਦੀ ਸਰਕਾਰ ਆਊਗੀ, ਸਾਡੀ ਕਾਂਗਰਸ ਦੀ ਸਰਕਾਰ ਆਊਗੀ, ਅਸੀਂ ਵੀ ਕਾਂਗਰਸ ਦਾ ਜਿਹੜਾ ਸਰਕਾਰ ਦੇ ਵਿੱਚ ਕੋਈ ਆਨੰਦ ਮਾਣਾਂਗੇ। ਕਿਉਂ?
ਹਰ ਬੰਦੇ ਨੇ ਜਿੰਨਾ ਕੁ ਜਿਹਾ ਬੰਦਾ ਵਰਕਰ ਸੀ ਉਹੋ ਜਿਹੀ ਮਿਹਨਤ ਕੀਤੀ ਹੈ। ਪਰ ਕਾਰਨ ਇੱਥੇ ਉਲਟ ਹੋ ਗਿਆ, ਜਦੋਂ ਕਾਂਗਰਸ ਦੀ ਸਰਕਾਰ ਆਈ, ਜਿਹੜੇ ਸਾਡੇ ਲੀਡਰ ਸਾਹਿਬਾਨ ਜਿਹੜੇ ਇੱਥੇ ਦੇ ਮਤਲਬ ਆਗੂ ਕਹਾਉਂਦੇ ਨੇ, ਉਹਨੇ ਇਕੱਲੀ ਬਰਨਾਲਾ ਸ਼ੀਟ ਹੀ ਨਹੀਂ ਖਰਾਬ ਕੀਤੀ, ਉਹਨੇ ਪੂਰੇ ਜ਼ਿਲ੍ਹੇ ਦੇ ਉੱਤੇ ਕਾਂਗਰਸ ਵਰਕਰ ਨੂੰ ਖਰਾਬ ਕੀਤਾ ਹੈਗਾ। ਉਹਨਾਂ ਨੇ ਸਾਰੇ ਹੀ ਵਰਕਰਾਂ ਨੂੰ ਇਸ ਤਰ੍ਹਾਂ ਚਲਾਇਆ ਹੈਗਾ, ਥੱਲੇ ਲਾ ਕੇ ਇੱਕ ਆਪਦੀ ਕੋਠੀ ਦੇ ਵਿੱਚ ਅਸੀਂ ਕਹਿ ਲਈਏ ਵੀ ਆਦਿ ਇੱਕ ਪੇਡ ਵਰਕਰਾਂ ਰਾਹੀਂ ਕਾਂਗਰਸ ਨੂੰ ਚਲਾਏਗਾ। ਪਰ ਕਾਂਗਰਸ ਦਾ ਜਿਹੜਾ ਵਰਕਰ ਉਹ ਇਸ ਤਰ੍ਹਾਂ ਨਹੀਂ ਚੱਲੂਗਾ। ਨਹੀਂ, ਸ਼ੁਰੂ ਤੋਂ ਤਾਂ ਤੁਸੀਂ ਕੇਵਲ ਸਿੰਘ ਢਿੱਲੋਂ ਨੇ ਜਿਵੇਂ ਜ਼ਿਲ੍ਹਾ ਬਣਾਇਆ, ਕੇਵਲ ਸਿੰਘ ਢਿੱਲੋਂ ਨੇ ਹੋਰ ਵਿਕਾਸ ਦੀਆਂ ਗੱਲਾਂ ਕੀਤੀਆਂ, ਉਦੋਂ ਤਾਂ ਇਹ 2 ਵਾਰ ਚੋਣ ਜਿੱਤੇ ਵੀ ਨੇ, ਤੁਸੀਂ ਉਦੋਂ ਵੀ ਤਾਂ ਨਾਲ ਹੀ ਹੋਵੋਗੇ। ਨਹੀਂ, ਜਿਹੜੀ ਤੁਸੀਂ ਦੇਖੋ ਜ਼ਿਲ੍ਹਾ ਬਣਾਉਣ ਦੀ ਗੱਲ ਕਰਦੇ ਹੋ, ਜ਼ਿਲ੍ਹਾ ਬਣਾਉਣਾ ਇਹਦਾ ਕੰਮ ਨਹੀਂ ਹੈਗਾ। ਜ਼ਿਲ੍ਹਾ ਜਿਹੜਾ ਬਰਨਾਲਾ ਜ਼ਿਲ੍ਹਾ ਨਾ, ਇਹ ਪਹਿਲਾਂ ਵੀ ਤੁਸੀਂ ਸੁਣਿਆ ਹੋਊਗਾ, ਇਹ ਪੈਪਸੂ ਵੇਲੇ ਜ਼ਿਲ੍ਹਾ ਹੁੰਦਾ ਸੀਗਾ। ਇਹ ਬੜੀ ਪੁਰਾਣੀ ਮੰਗ ਸੀ ਜ਼ਿਲ੍ਹਾ ਬਣਾਉਣ ਦੀ, ਇਹਨੂੰ ਬਰਨਾਲੇ ਨੂੰ। ਇਹ ਸੀਐਮ ਬਰਨਾਲੇ ਦਾ ਰਿਹਾ, ਬਰਨਾਲਾ ਸਰਜੀਤ ਬਰਨਾਲਾ, ਉਦੋਂ ਤੋਂ ਲੈ ਕੇ ਇਹਦੀ ਮੰਗ ਚੱਲ ਰਹੀ ਸੀ ਵੀ ਬਰਨਾਲੇ ਨੂੰ ਜ਼ਿਲ੍ਹਾ ਬਣਾਉਣਾ। ਉਦੋਂ 2002 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ। ਕੈਪਟਨ ਅਮਰਿੰਦਰ ਸਿੰਘ ਦਾ ਕਿਤੇ ਨਾ ਕਿਤੇ ਬਰਨਾਲੇ ਨਾਲ ਲਗਾਅ ਸੀ, ਬਾਬਾ ਅਲਤ ਸਿੰਘ ਕਰਕੇ। ਉਹਨਾਂ ਨੂੰ ਵੀ ਸੀ ਅਸੀਂ ਬਰਨਾਲੇ ਨੂੰ ਜ਼ਿਲ੍ਹਾ ਬਣਾਈਏ। ਇਹ ਸਰਕਾਰਾਂ ਦੇ ਕੰਮ ਨਹੀਂ ਗਏ ਜ਼ਿਲ੍ਹਾ ਬਣਾਉਣਾ, ਸਰਕਾਰ ਨੇ ਜ਼ਿਲ੍ਹਾ ਬਣਾਇਆ, ਨਾ ਕਿ ਕੇਵਲ ਸਿੰਘ ਢਿੱਲੋਂ ਨੇ ਜ਼ਿਲ੍ਹਾ ਬਣਾਇਆ। ਇਹ ਕਾਂਗਰਸ ਪਾਰਟੀ ਨੇ ਜ਼ਿਲ੍ਹਾ ਬਣਾਇਆ। ਜਿਹੜੀ ਖੱਟੀ ਜਿਹੜਾ ਉਹਦਾ ਫਲ ਹੈ ਉਹ ਕਾਂਗਰਸ ਦੇ ਵਿੱਚ ਮਤਲਬ ਇਹ ਕੇਵਲ ਸਿੰਘ ਢਿੱਲੋਂ ਨੂੰ ਮਿਲਿਆ। ਲੋਕਾਂ ਨੇ 2 ਵਾਰੀ ਉਹਨੂੰ ਇਹਦਾ ਐਮਐਲਏ ਬਣਾ ਕੇ ਉਹ ਜਿਹੜਾ ਕਰਜ਼ ਸੀ ਉਹ ਉਤਾਰਤਾ। 2007 ਤੇ 2012 ਦੇ ਵਿੱਚ ਚੋਣਾਂ ਦੇ ਵਿੱਚ ਜਿੱਤੇ ਨੇ। ਇੱਕ 2012 ਦੀ ਘਟਨਾ ਵੀ ਤੁਹਾਡੇ ਨਾਲ ਜੁੜੀ ਹੋਈ ਹੈ। ਹਾਂ, ਉਹ 2012 ਦੀ ਇਲੈਕਸ਼ਨ ਵੇਲੇ ਵੀ ਤੁਹਾਡੇ ਮਨਾਂ ਦੇ ਵਿੱਚ ਕੋਈ ਇਹਦੇ ਪ੍ਰਤੀ ਫਰਕ ਆਇਆ ਸੀ ਵੀ ਉਹ ਇਹੋ ਜਿਹੀ ਕਿਹੜੀ ਘਟਨਾ ਹੋਈ ਸੀ? ਉਹ ਗੱਲ ਇਹ ਸੀ 2012 ਦੇ ਵਿੱਚ ਇਹਨੇ ਇਲੈਕਸ਼ਨ ਲੜੀ ਜਦੋਂ। ਅਸੀਂ ਤਾਂ ਦੇਖੋ ਕਾਂਗਰਸ ਪਾਰਟੀ ਨੇ ਜੋ ਵੀ ਉਮੀਦਵਾਰ ਦਿੱਤਾ ਸੀ ਉਹਦੀ ਮਦਦ ਕਰਨੀ ਸਾਡਾ ਫਰਜ਼ ਹੈ, ਸਾਡਾ ਧਰਮ ਵੀ ਹੈ ਜੋ ਅਸੀਂ ਕਾਂਗਰਸ ਪਾਰਟੀ ਨਾਲ ਜੁੜੇ ਹਾਂ। ਅਸੀਂ ਇਹਦੀ ਬੜੀ ਜੀ ਜਾਨ ਲਾ ਕੇ ਮਦਦ ਕੀਤੀ। ਜਦੋਂ ਇਹ 2012 ਦੇ ਵਿੱਚ ਇਲੈਕਸ਼ਨ ਲੜਿਆ, ਮੇਰੇ ਯਾਦ ਹੈ 30 ਜਨਵਰੀ ਦੀ ਮੇਰੇ ਖਿਆਲ ਉਦੋਂ ਵੋਟਿੰਗ ਸੀ, ਸੁਬਾਹ ਵੋਟ ਪੈਣੀ ਸੀ। ਰਾਤ ਨੂੰ ਇੱਕ ਘਟਨਾ ਵਾਪਰੀ, ਸਾਡੇ ਸੁਖਜੀਤ ਕੌਰ MC ਸੁਖੀ, ਉਹਨੂੰ ਜਿਹੜੇ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਸ਼ਾਮਲ ਉਦੋਂ ਹੋਏ ਸੀ। 2012 ਦੇ ਵਿੱਚੋਂ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਦੇ ਵਿੱਚ ਉਹ ਸ਼ਾਮਲ ਹੋਏ ਸੀ। ਉਦੋਂ ਕੇਵਲ ਸਿੰਘ ਢਿੱਲੋਂ ਦੇ ਨਾਲ ਚੱਲੇ ਸੀ। ਉਹਨਾਂ ਨੂੰ ਅਕਾਲੀ ਦਲ ਵਾਲਿਆਂ ਨਾਲ ਉੱਥੇ ਘੇਰ ਲਿਆ, ਉਹਦੀ ਗੱਡੀ ਘੇਰ ਲਈ। ਗੱਡੀ ਘੇਰ ਕੇ ਪ੍ਰਸ਼ਾਸਨ ਕਿ ਉਹਨਾਂ ਦੀ ਸਰਕਾਰ ਸੀ ਮਦਦ ਕਰ ਰਿਹਾ ਸੀ। DSP ਸੀ ਇੱਥੇ, ਮੋਟਾ ਜਿਹਾ ਸੀ, ਸੰਧੂ ਸੀ ਇੱਥੇ, SHO ਸਨੇਹੀ ਸੀ, ਉਹਨਾਂ ਦੀ ਮਦਦ ਕਰ ਰਿਹਾ ਸੀ। ਸੁਖਜੀਤ ਕੌਰ ਸੁਖੀ ਨੇ ਇਹਨਾਂ ਨੂੰ ਸਾਰਿਆਂ ਨੂੰ ਫੋਨ ਕੀਤੇ। ਉੱਥੇ ਕੋਈ ਵੀ ਬੰਦਾ ਢਿੱਲੋਂ ਪਰਿਵਾਰ ਦਾ ਨਹੀਂ ਵੜਿਆ। ਅੱਛਾ, ਉਹ ਫੋਨ ਕਰਦੇ ਰਹੇ ਮੈਂ ਮੁਸੀਬਤ 'ਚ, ਉੱਥੇ ਕੋਈ ਨਹੀਂ ਪਹੁੰਚਿਆ। ਮੇਰੇ ਕੋਲੇ ਸੁਖਜੀਤ ਕੌਰ ਸੁਖੀ ਦਾ ਫੋਨ ਆਇਆ। ਮੈਂ ਇੱਕ ਕਾਂਗਰਸ ਦਾ ਸਿਪਾਹੀ ਹੋਣ ਦੇ ਨਾਤੇ, ਕਾਂਗਰਸ ਦਾ ਵਰਕਰ ਹੋਣ ਦੇ ਨਾਤੇ ਮੈਂ ਉਹਦਾ ਫਰਜ਼ ਸਮਝਿਆ ਵੀ ਮੈਨੂੰ ਉੱਥੇ ਜਾਣਾ ਚਾਹੀਦਾ, ਕਿਉਂ ਅਸੀਂ ਢਿੱਲੋਂ ਨਾਲ ਜੁੜੇ ਹੋਏ ਸੀ। ਅਸੀਂ ਚਾਹੁੰਦੇ ਸੀ ਵੀ ਕੇਵਲ ਸਿੰਘ ਢਿੱਲੋਂ MLA ਬਣੇ, ਅਸੀਂ ਕੇਵਲ ਸਿੰਘ ਢਿੱਲੋਂ ਨੂੰ ਜਿਤਾਈਏ। ਮੈਂ ਉੱਥੇ ਪਹੁੰਚਿਆ ਤਾਂ ਉੱਥੇ ਇੱਕ ਬਹੁਤ ਵੱਡੀ ਇੱਕ ਸਾਜ਼ਿਸ਼ ਦੇ ਥਰੂ ਉਹਨੂੰ ਘੇਰਿਆ ਹੋਇਆ ਸੀ, ਮੈਨੂੰ ਵੀ ਘੇਰ ਲਿਆ। ਤੇ ਉੱਥੇ ਕੁਝ ਪੁਲਿਸ ਮੁਲਾਜ਼ਮ ਸੀਗੇ ਜਿਹੜੇ ਕਿ ਆਪਾਂ ਨੂੰ ਦਿਲੋਂ ਚਾਹੁੰਦੇ ਸੀ। ਉਹ ਮੈਨੂੰ ਕਹਿੰਦੇ, ਪ੍ਰਧਾਨ ਜੀ ਇੱਥੇ ਬਹੁਤ ਵੱਡੀ ਇੱਕ ਸਾਜ਼ਿਸ਼ ਹੈ ਵੀ ਤੁਸੀਂ ਇੱਥੋਂ ਨਿਕਲ ਜਾਓ, ਸੁਖੀ ਨੂੰ ਅਸੀਂ ਆਪੇ ਕੱਢ ਲਾਂਗੇ। ਉਹ ਚਲੋ ਸੁਖੀ ਉੱਥੇ ਕਿਸੇ ਦੇ ਘਰੇ ਵੜ ਗਈ ਜੀ। ਮੈਂ ਉੱਥੋਂ ਨਿਕਲਿਆ ਆ। ਜਦੋਂ ਮੈਂ ਉੱਥੋਂ ਨਿਕਲਿਆ ਤਾਂ ਮੇਰੇ ਮਗਰ 4-5 ਗੱਡੀਆਂ ਇਹਨਾਂ ਨੇ ਲਾ ਲਈਆਂ। ਜਦੋਂ ਲਾ ਲਿਆ, ਮੇਰੇ ਘਰ ਕੋਲੇ ਆਏ ਤਾਂ ਮੈਨੂੰ ਘੇਰ ਕੇ ਉੱਥੇ ਮੇਰੇ ਲੱਤ ਵੀ ਫ੍ਰੈਕਚਰ ਕੀਤੀ, ਮੇਰੇ ਸਿਰ 'ਚ ਸੱਟਾਂ ਵੀ ਮਾਰੀਆਂ। ਜਾਨੋਂ ਮਾਰ ਦੇਣ ਦੀ ਨੀਤ ਨਾਲ ਮੈਨੂੰ ਜਾਨੋਂ ਮਾਰ ਕੇ ਸਿੱਟ ਗਏ ਸੀ। ਉਹ ਤਾਂ ਮੇਰਾ ਘਰ ਨੇੜੇ ਸੀਗਾ, ਰੌਲਾ ਪੈ ਗਿਆ। ਉਹ ਜਦੋਂ ਉਹਨਾਂ ਨੇ ਦੇਖਿਆ ਵੀ ਗੱਡੀ ਤਾਂ ਆਪਣੀ ਖੜੀ ਆ, ਮੈਨੂੰ ਚੱਕ ਕੇ ਹਸਪੀਟਲ ਲੈ ਕੇ ਆਏ। ਮਤਲਬ ਪਾਰਟੀ ਲਈ ਤੇ ਇਹਦੇ ਲਈ ਅਸੀਂ ਐਡਾ ਵੱਡਾ ਰਿਸਕ ਲੈ ਕੇ ਆਪਣੀ ਜਾਨ ਦੇ। ਇਹ ਘਟਨਾ ਦੇ ਬਾਰੇ ਜਦੋਂ ਇਹ ਤੁਹਾਡੇ ਤੇ ਮੁਸੀਬਤ ਆਈ, ਤੁਸੀਂ ਵੀ ਕੋਈ ਕੇਵਲ ਸਿੰਘ ਢਿੱਲੋਂ ਨੂੰ ਬਿਲਕੁਲ ਅਸੀਂ ਕੇਵਲ ਸਿੰਘ ਢਿੱਲੋਂ ਨੂੰ ਫੋਨ ਵੀ ਕੀਤੇ, ਇਹਦੇ ਮੁੰਡੇ ਨੂੰ ਵੀ ਫੋਨ ਕੀਤੇ ਕਰਨ ਨੂੰ, ਪਰ ਇਹਨਾਂ ਦੇ ਵਿੱਚ ਕੋਈ ਵੀ ਬੰਦਾ ਉਸ ਟਾਈਮ ਹਸਪੀਟਲ ਨਹੀਂ ਆਇਆ। ਇਹ ਕਹਿੰਦੇ ਰਹੇ ਅਸੀਂ SSP ਨੂੰ ਫੋਨ ਕਰਤਾ ਜੀ, ਅਸੀਂ ਫਲਾਣੇ ਅਫਸਰ ਨੂੰ ਫੋਨ ਕਰਤਾ ਜੀ, ਪਰ ਉਸ ਟਾਈਮ ਹਸਪਤਾਲ 'ਚ ਨਹੀਂ ਕੋਈ ਆਇਆ। ਜਾਨੀ ਤੁਹਾਡਾ ਮਨ ਇਹ ਖੱਟਾ ਪੈ ਗਿਆ ਇਸ ਗੱਲ ਤੋਂ ਵੀ ਵਰਕਰਾਂ ਦੀ ਮਦਦ ਲਈ ਇਹ ਆਉਂਦੇ ਨਹੀਂ ਆਉਂਦੇ। ਬਿਲਕੁਲ ਉਸ ਦਿਨ ਮਨ ਖੱਟਾ ਪਿਆ। ਫਿਰ ਵੀ ਅਸੀਂ ਕਾਂਗਰਸੀ ਸੀ, ਇੱਕ ਕਾਂਗਰਸ ਨੂੰ ਪਿਆਰ ਕਰਨ ਵਾਲੇ ਸੀ, ਅਸੀਂ ਫਿਰ ਵੀ ਇਹਦੇ ਨਾਲ ਚੱਲਦੇ ਰਹੇ, ਫਿਰ ਵੀ ਅਸੀਂ ਇਹਦੇ ਨਾਲ ਚੱਲੇ ਆ।
ਪਰ ਜਦੋਂ 2017 ਦੇ ਵਿੱਚ ਹੁਣ ਸਰਕਾਰ ਬਣੀ ਹੈ ਤਾਂ ਸਾਨੂੰ ਇੱਕ ਇਹ ਸੀ ਵੀ ਯਾਰ 2017 ਦੇ ਵਿੱਚ ਸਰਕਾਰ ਬਣੀ ਹੈ, ਅਸੀਂ ਵੀ ਕਾਂਗਰਸ ਪਾਰਟੀ ਲਈ ਬਹੁਤ ਕੁਝ ਕੀਤਾ ਹੈ, ਪਰ ਹੱਦ ਤਾਂ ਉਦੋਂ ਹੋ ਗਈ ਲਿਖਾ ਜੀ ਜਦੋਂ ਆਹ ਕੌਣ ਅੱਜ ਬੀਜੇਪੀ ਚੋਂ ਲਿਆ ਕੇ ਚੇਅਰਮੈਨ ਲਾਤਾ, ਆਹ ਇਧਰੋਂ ਕੌਣ ਅਕਾਲੀ ਦਲ ਚੋਂ ਲਿਆ ਕੇ ਚੇਅਰਮੈਨ ਲਾਤਾ, ਸਾਡੇ ਸਿਰ ਤੇ ਵਹਾਤੇ। ਯਾਨੀ ਜਿਹੜੇ ਬੰਦੇ ਉਦੋਂ ਮਲਾਈ ਖਾਂਦੇ ਰਹੇ, ਜਿਹੜੇ ਬੰਦੇ ਉਦੋਂ ਮਲਾਈ ਖਾਣ ਦਾ ਮੌਕਾ ਹੁਣ ਵੀ ਦਿੱਤਾ, ਉਹਨਾਂ ਨੂੰ ਮਲਾਈ ਖਾਣ ਦਾ ਮੌਕਾ ਹੁਣ ਵੀ ਦਿੱਤਾ। ਤੁਹਾਨੂੰ ਮਿਲਾ ਲਿਆ ਜਾਂ ਹੋਰ ਕਾਂਗਰਸੀਆਂ ਨੂੰ ਵੀ? ਬਾਈ ਜੀ ਇਹ ਸਾਰੇ ਹੀ ਜਿੰਨੇ ਟਕਸਾਲੀ ਕਾਂਗਰਸੀ ਆ, ਮੈਂ ਕਿਹਦਾ ਨਾਂ ਲਵਾਂ ਤਾਂ ਕੱਲਾ ਨਾਂ ਤੁਹਾਨੂੰ ਉਂਗਲ ਤੇ ਗਿਣਿਆ ਹੁੰਦਾ। ਮਹੇਸ਼ਕਰ ਲੋਟਾ ਬੈਠਾ ਜੀ 4 ਵਾਰੀ ਐਮਸੀ ਬਣਿਆ ਸੀਗਾ, ਉਹ ਤੁਹਾਨੂੰ ਪਤਾ ਹੀ ਹੈ, ਦੱਸੋ ਕੀ ਦਿੱਤਾ ਉਹਨੂੰ। ਜਤਿੰਦਰ ਬਹਾਦਰਪੁਰੀਆ, ਰਾਜ ਭੱਦਲਵੜ ਸਰਪੰਚ, ਸਤਨਾਮ ਸਰਪੰਚ ਪੱਤੀਵਾਲ, ਕਿਹਦਾ ਨਾਂ, ਸਾਰੇ ਜਿਹੜੇ ਮੇਰੇ ਖਿਆਲ 18 20 ਸਾਲ ਤੋਂ 25 30 ਸਾਲ ਤੋਂ ਕਾਂਗਰਸ ਨਾਲ ਜੁੜੇ ਨੇ, ਉਹ ਅੱਜ ਧੱਕੇ ਖਾ ਰਹੇ ਨੇ। ਨਹੀਂ ਤੁਸੀਂ ਕਹਿੰਦੇ ਵੀ ਇਹ ਜਿਹੜੀਆਂ ਅਹੁਦੇਦਾਰੀਆਂ ਉਹਨਾਂ ਨੇ ਜਿਹੜੀਆਂ ਦੇਣੀਆਂ ਸੀ ਸਰਕਾਰ ਦੀਆਂ, ਵੀ ਉਹ ਉਹਨਾਂ ਨੇ ਮਤਲਬ ਅਕਾਲੀਆਂ ਨੂੰ ਜਾਂ ਭਾਜਪਾ ਵਾਲਿਆਂ ਨੂੰ ਦੇਤੀਆਂ, ਤੇ ਇੱਥੋਂ ਦੇ ਜਿਹੜੇ ਚੇਅਰਮੈਨ ਨੇ ਇੰਪਰੂਵਮੈਂਟ ਟਰਸਟ ਬਰਨਾਲਾ ਦੇ ਚੇਅਰਮੈਨ, ਉਹਦਾ ਮੱਖਣ ਸ਼ਰਮਾ, ਉਹ ਤਾਂ ਪੁਰਾਣੇ ਅਸੀਂ ਉਹਦਾ ਸਵਾਗਤ ਕਰਦੇ ਹਾਂ। ਮੱਖਣ ਸ਼ਰਮਾ ਇੱਕ ਕਾਂਗਰਸ ਦਾ ਸਿਪਾਹੀ ਹੈ, ਅਸੀਂ ਉਹਦਾ ਸਵਾਗਤ ਕਰਦੇ ਹਾਂ। ਅਸੀਂ ਕਹਿੰਦੇ ਜੇ ਮੱਖਣ ਸ਼ਰਮੇ ਨੂੰ ਐਮਐਲਏ ਦੀ ਟਿਕਟ ਦਿੰਦੇ, ਅਸੀਂ ਐਮਐਲਏ ਮੱਖਣ ਸ਼ਰਮੇ ਦੀ ਮਦਦ ਕਰਾਂਗੇ। ਮੱਖਣ ਸ਼ਰਮੇ ਦਾ ਅਸੀਂ ਸਵਾਗਤ ਕਰਦੇ ਹਾਂ, ਉਹਦਾ ਹੱਕ ਬਣਦਾ ਹੈ। ਉਹਨੇ ਕਾਂਗਰਸ ਨੂੰ ਬਹੁਤ ਵੱਡੀ ਦੇਣ ਹੈ, ਸਭ ਤੋਂ ਵੀ ਜ਼ਿਆਦਾ ਦੇਣ ਹੈ। ਪਹਿਲਾਂ ਤੋਂ ਕਾਂਗਰਸ ਨਾਲ ਜੁੜੇ ਨੇ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਹੇ ਨੇ, ਉਹਨਾਂ ਦੀ ਪ੍ਰੇਰਨਾ ਦੇ ਨਾਲ ਹੀ ਉਹਨਾਂ ਦੀ ਪ੍ਰੇਰਨਾ ਦੇ ਸਦਕਾ ਹੀ ਅਸੀਂ ਕਾਂਗਰਸ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਵੀ 2003 ਦੇ ਵਿੱਚ ਐਮਸੀ ਦੀ ਇਲੈਕਸ਼ਨ ਆਜ਼ਾਦ ਜਿੱਤਿਆ ਸੀ। ਜੇ ਮੈਂ ਕਾਂਗਰਸ ਜੁਆਇਨ ਕੀਤੀ ਸੀ ਤਾਂ ਮੱਖਣ ਸ਼ਰਮਾ ਮੈਨੂੰ ਪ੍ਰੇਰਿਤ ਕਰਕੇ ਸੁਰਿੰਦਰਪਾਲ ਸੀਵੀਆ ਨੂੰ ਬੁਲਾਇਆ ਸੀ। ਮੈਂ ਕਾਂਗਰਸ ਜੁਆਇਨ ਮੈਨੂੰ ਸੁਰਿੰਦਰਪਾਲ ਸੀਵੀਆ ਕਰਾ ਕੇ ਗਿਆ ਸੀ। ਨਹੀਂ ਇੱਕ ਗੱਲ ਬਾਜਵਾ ਸਾਹਿਬ, ਮੈਂ ਵਿਚਾਲੇ ਤੁਹਾਡੀ ਗੱਲ ਟੋਕਦਾ, ਇੱਕ ਗੱਲ ਇਹ ਵੀ ਆਉਂਦੀ ਹੈ ਵੀ ਇੱਥੇ ਪੰਡਤ ਸੋਮਦੱਤ ਜੀ ਜਦੋਂ ਮੰਤਰੀ ਬਣੇ ਸੀ ਰਾਜ ਮੰਤਰੀ ਵੇਲੇ, ਉਹ ਜਦੋਂ ਅਗਲੀ ਚੋਣ ਲੜੇ ਤਾਂ 1997 ਦੇ ਵਿੱਚ ਉਹਨਾਂ ਨੂੰ ਸਿਰਫ 8500 ਵੋਟਾਂ ਰਹਿ ਗਈਆਂ ਸੀ। ਉਦੋਂ ਬਾਅਦ ਦੇ ਵਿੱਚ ਵੀ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦੇ ਵਿੱਚ ਕਿਹਾ ਜਾਂਦਾ ਹੈ ਵੀ ਕੇਵਲ ਸਿੰਘ ਢਿੱਲੋਂ ਦਾ ਬਹੁਤ ਵੱਡਾ ਯੋਗਦਾਨ ਹੈ। ਨਹੀਂ ਇਹ ਬਹੁਤ ਵੱਡਾ ਭੁਲੇਖਾ ਹੈ, ਬਹੁਤ ਵੱਡਾ ਭੁਲੇਖਾ ਹੈ। ਇਹ ਨਾ ਇੱਕ, ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇੱਕ ਕਾਰਪੋਰੇਟ ਘਰਾਣੇ ਨਾਲ ਜੁੜਿਆ ਕਰਕੇ ਇੱਕ ਬਿਜ਼ਨਸਮੈਨ ਜਿਹੜਾ ਬੰਦਾ, ਉਹਨੂੰ ਪਤਾ ਹੁੰਦਾ ਵੀ ਅਸੀਂ ਗੇਮ ਕਿਵੇਂ ਘੁਮਾਉਣੀ ਹੈ, ਅਸੀਂ ਬਿਜ਼ਨਸ ਨੂੰ ਕਿਵੇਂ ਉੱਪਰ ਲੈ ਕੇ ਜਾਣਾ। ਇਹੀ ਚੀਜ਼ ਸਿਆਸਤ ਦੇ ਵਿੱਚ ਹੈ। ਜਿਹੜੀ ਕਾਂਗਰਸ ਇੱਥੇ ਪੈਦਾ ਕੀਤੀ ਹੈ ਨਾ, ਤੁਹਾਡੇ ਵਾਲੀ ਗੱਲ ਬਿਲਕੁਲ ਜਾਇਜ਼ ਹੈ, ਸਹੀ ਹੈ ਵੀ ਜਦੋਂ ਪੰਡਤ ਸੋਮਦੱਤ ਇੱਥੋਂ ਇਲੈਕਸ਼ਨ ਲੜਦੇ ਸੀ ਉਦੋਂ ਕਾਂਗਰਸ ਨੂੰ ਕੋਈ ਪੁੱਛਦਾ ਨਹੀਂ ਸੀਗਾ, ਪਰ ਜਿਹੜੀ ਇੱਥੇ ਕਾਂਗਰਸ ਪੈਦਾ ਕੀਤੀ ਉਹ ਸੁਰਿੰਦਰਪਾਲ ਸੀਵੀਆ ਨੇ ਕੀਤੀ। ਵੀ ਕਾਂਗਰਸ ਦੀਆਂ ਜੜ੍ਹਾਂ ਜਿਹੜੀਆਂ ਇੱਥੇ ਲਾਈਆਂ ਨੇ ਉਹ ਸੁਰਿੰਦਰਪਾਲ ਸੀਵੀਆ ਨੇ ਕੀਤੀ। 2003 ਦੇ ਵਿੱਚ ਉਹ ਇਲੈਕਸ਼ਨ ਲੜਿਆ, ਉਹ ਮੇਰੇ ਖਿਆਲ ਕਾਗਜ਼ ਭਰਨ ਵਾਲੇ ਦਿਨ ਹੀ ਬਰਨਾਲੇ 'ਚ ਆਇਆ ਸੀ। ਦੇਖੋ ਅਸੀਂ ਤਾਂ ਸੁਰਿੰਦਰਪਾਲ ਸੀਵੀਆ ਦਾ ਉਸ ਟਾਈਮ ਵਿਰੋਧ ਕੀਤਾ ਸੀ, ਅਸੀਂ ਉਦੋਂ ਭੋਲੇ ਵਿਰਕ ਨਾਲ ਸੀ, ਪਰ ਉਹ ਬੰਦੇ ਨੇ ਇੰਨੀ ਕੁ ਮਿਹਨਤ ਕਰਕੇ 8500 ਵੋਟ ਤੋਂ 22,000 ਵੋਟ ਤੇ ਲੈ ਕੇ ਗਿਆ। ਉਸ ਤੋਂ ਬਾਅਦ ਮੈਂ ਉਹਦੇ ਨਾਲ 3 ਸਾਲ ਕੰਮ ਕੀਤਾ, 4 ਸਾਲ ਉਹ ਲਗਾਤਾਰ ਇੱਥੇ ਹਲਕੇ ਦੇ ਵਿੱਚ ਰਹੇ, ਮੌਜੂਦ ਰਹੇ। 4 ਸਾਲ ਦੇ ਵਿੱਚ ਉਹਨੇ ਇਕੱਲਾ ਬਰਨਾਲਾ ਹੀ ਨਹੀਂ, ਪੂਰੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਕਾਂਗਰਸ 3 ਸੀਟਾਂ ਤੇ, ਭਦੌੜ ਹਲਕਾ ਲਾ ਲਓ, ਚਾਹੇ ਮਹਿਲ ਕਲਾਂ ਹਲਕਾ ਲਾ ਲਓ, ਚਾਹੇ ਬਰਨਾਲਾ ਹਲਕਾ ਲਾ ਲਓ, ਉਹਦੇ ਵਿੱਚ ਕਾਂਗਰਸ ਇੰਨੀ ਕੁ ਮਜ਼ਬੂਤ ਕਰਤੀ ਸੀ। ਇਹ ਤਾਂ ਪੈਰਾਸ਼ੂਟ ਰਾਹੀਂ ਆਏ ਨੇ, ਇਹ ਤਾਂ ਬਣੀ ਬਣਾਈ ਖੀਰ ਖਾਧੀ ਹੈ। ਤੁਹਾਡੇ ਹਿਸਾਬ ਨਾਲ ਇਹਨਾਂ ਦਾ ਮਜ਼ਬੂਤ ਕਰਨ 'ਚ ਕੋਈ ਯੋਗਦਾਨ ਨਹੀਂ, ਇਹਨਾਂ ਦਾ ਕੋਈ ਯੋਗਦਾਨ ਨਹੀਂ। ਯੋਗਦਾਨ ਤਾਂ ਸੁਰਿੰਦਰਪਾਲ ਸੀਵੀਆ ਦਾ ਇੱਥੇ, ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਕਾਂਗਰਸ ਨੂੰ ਇੱਥੇ ਤੱਕ ਲੈ ਕੇ ਗਏ। ਵੀ ਉਹ ਵਰਕਰਾਂ ਦੇ ਨਾਲ ਖੜਦੇ, ਬਿਲਕੁਲ ਉਹ ਵਰਕਰ ਬਣ ਕੇ ਵਿਚਰਦੇ ਰਹੇ ਨੇ। ਅੱਛਾ, ਉਹ ਵਰਕਰ ਬਣ ਕੇ, ਵਰਕਰ ਲੀਡਰ ਬਣ ਕੇ ਨਹੀਂ ਵਿਚਰੇ। ਇਹ ਘੱਟ ਵਿਚਰਦੇ ਨੇ? ਨਹੀਂ ਜੀ, ਇਹ ਤਾਂ ਬਾਈ ਜੀ ਤੁਸੀਂ ਦੇਖ ਲਓ, ਜਦੋਂ ਇਲੈਕਸ਼ਨ ਹੋ ਜਾਂਦੀ ਹੈ ਉਦੋਂ ਲੋਕ ਕਹਿੰਦੇ ਹੁੰਦੇ ਸਾਨੂੰ ਵੀ ਇਹ ਨਾ ਤੁਰੇ ਜਾਂਦੇ, ਵੀ ਜਦੋਂ ਇਲੈਕਸ਼ਨ ਤੋਂ ਬਾਅਦ, ਵੋਟਾਂ ਤੋਂ ਬਾਅਦ ਹਫ਼ਤਾ ਬਾਅਦ ਨਹਿਰ ਆਉਂਦੀ ਹੈ ਕਰਾਹ ਦੇ ਵਿੱਚ, ਵੀ ਉੱਥੇ ਤੋੜ ਕੇ ਸਾਰੇ ਸਿੱਟ ਜਾਂਦੇ ਹਰੀਗੜ੍ਹ ਵਾਲੀ 'ਚ। ਉਹ ਗੱਲ ਸੱਚ ਹੋ ਗਈ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਜ਼ਿਲ੍ਹਾ ਪਲੈਨਿੰਗ ਬੋਰਡ ਦਾ ਚੇਅਰਮੈਨ ਲਾਇਆ ਇਹਨਾਂ ਨੇ, ਆਪਦੇ ਮੁੰਡੇ ਨੂੰ ਲਾਇਆ। ਪਹਿਲਾਂ ਇਹਨਾਂ ਨੂੰ ਲਾਇਆ ਸੀ? ਪਹਿਲਾਂ ਇਹਨਾਂ ਨੇ ਆਪਣੇ ਆਪ ਲੱਗੇ, ਜਦੋਂ ਲੋਕਾਂ ਨੇ ਮਤਲਬ ਥੂ ਕੀਤੀ, ਮਜ਼ਾਕ ਉਡਾਇਆ ਵੀ ਇੱਕ ਪੰਜਾਬ ਦੀ ਚੇਅਰਮੈਨ ਨਹੀਂ ਲੈਣ ਵਾਲਾ, ਵੀ ਦਾਵਾ ਕਰਨ ਵਾਲਾ, ਵੀ ਇੱਕ ਛੋਟੀ ਜਿਹੀ ਚੇਅਰਮੈਨ ਨਹੀਂ ਲੈ ਗਿਆ। ਫਿਰ ਇਹਨੇ ਕੀਤਾ ਰਾਤੋਂ ਰਾਤ ਆਪਣੇ ਮੁੰਡੇ ਨੂੰ ਚੇਅਰਮੈਨ ਲਾਤਾ। ਮੈਨੂੰ ਇੱਕ ਗੱਲ ਦੱਸੋ, ਤੁਸੀਂ ਪੱਤਰਕਾਰ ਹੋ, ਮੈਂ ਬਹੁਤ ਸਾਰੀਆਂ ਖਬਰਾਂ ਮੇਰੇ ਕੋਲ ਪਈਆਂ ਨੇ ਹਜੇ,
ਵੀ ਜਿੰਦਰਾ ਜੰਗਾਲ ਖਾ ਗਿਆ। ਅੱਜ ਤੱਕ ਉਹ ਦਫ਼ਤਰ ਨੂੰ ਜਿੰਦਾ ਲੱਗਿਆ ਕਿਤੇ ਖੁੱਲਿਆ ਦੇਖਿਆ ਕਿਸੇ ਨੇ? ਨਹੀਂ, ਤੁਹਾਨੂੰ ਕੀ ਲੱਗਦਾ ਵੀ ਕੋਈ ਹੋਰ ਆਦਮੀ ਨੂੰ ਮਤਲਬ ਬਣਾ ਦੇਣਾ ਚਾਹੀਦਾ ਸੀ? ਬਿਲਕੁਲ ਬਾਈ ਜੀ, ਉਹ ਜਿਹੜਾ ਚੇਅਰਮੈਨੀ ਦਾਅਵੇਦਾਰ ਸੀ ਉਹ ਕਿਸੇ ਵਰਕਰ ਦਾ ਹੱਕ ਸੀ। ਮੈਂ ਨਹੀਂ ਕਹਿੰਦਾ ਮੈਨੂੰ ਬਣਾਉਣਾ ਜਾਂ ਕਿਸੇ ਹੋਰ, ਬੜੇ ਵਰਕਰ ਨੇ ਸਾਡੇ ਕਾਂਗਰਸ ਦੇ ਵਿੱਚ ਜਿਨ੍ਹਾਂ ਨੇ ਕਾਂਗਰਸ ਲਈ ਪੂਰਾ ਟਾਈਮ ਦਿੱਤਾ, ਕਾਂਗਰਸ ਲਈ ਆਪਣਾ ਪੂਰਾ ਜੀਵਨ ਵਾਰਿਆ ਹੈਗਾ। ਉਹ ਕਾਂਗਰਸ ਨੂੰ ਉਹ ਕਿਸੇ ਵਰਕਰ ਦਾ ਉਹਦਾ ਸੀਗਾ, ਉਹ ਵਰਕਰ ਦੇ ਉਹਦੇ ਤੇ ਡਾਕਾ ਮਾਰਿਆ ਪੁੱਤਰ ਮੋਹ ਦੇ ਵਿੱਚ। ਬਾਜਵਾ ਸਾਹਿਬ ਇੱਕ ਗੱਲ ਮੈਂ ਹੋਰ ਕਰਨੀ ਚਾਹੁੰਦਾ, ਮੈਂ ਪੁੱਤਰ ਮੋਹ ਦੇ ਵਿੱਚ ਕਹਿ ਸਕਦਾ ਵੀ ਪੁੱਤਰ ਮੋਹ ਦੇ ਵਿੱਚ ਡਾਕਾ ਮਾਰਿਆ, ਵੀ ਪੁੱਤਰ ਮੋਹ ਦੇ ਵਿੱਚ ਇਹਨਾਂ ਨੇ ਕਿਸੇ ਵਰਕਰ ਦਾ ਹੱਕ ਖਾ ਲਿਆ, ਕਿਸੇ ਵਰਕਰ ਦਾ ਹੱਕ ਆਇਆ। ਹਾਂ, ਮੈਂ ਇੱਕ ਗੱਲ ਹੋਰ ਵੀ ਮਤਲਬ ਦੇਖਦਾ ਹਾਂ ਵੀ ਜਦੋਂ ਕਾਂਗਰਸ ਸਰਕਾਰ ਬਣੀ ਹੈ, ਇਸ ਵਾਰ ਦੀ ਸਰਕਾਰ ਬਣੀ ਹੈ, ਲਗਭਗ ਪੰਜਾਬ ਦੇ ਵਿੱਚ ਹੀ ਜਿੱਥੇ ਜਿੱਥੇ ਸੀ ਮੌਕੇ ਤਾਂ ਉਹਨਾਂ ਨੇ ਨਗਰ ਕੌਂਸਲ ਤੇ ਕਬਜ਼ਾ ਮਤਲਬ ਕਾਂਗਰਸ ਪਾਰਟੀ ਦਾ ਹੋ ਗਿਆ ਸੀ। ਬਾਅਦ ਦੀਆਂ ਇਲੈਕਸ਼ਨਾਂ ਦੀ ਗੱਲ ਨਹੀਂ, ਉਦੋਂ ਹੀ ਵੀ ਇੱਥੇ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਸੀ ਤੇ ਭਾਰਤੀ ਜਨਤਾ ਪਾਰਟੀ ਦਾ ਮੀਤ ਪ੍ਰਧਾਨ ਸੀ, ਉਹ ਇਹਨਾਂ ਸਰਕਾਰ ਬਦਲੇ ਜਾਣ ਤੋਂ ਬਾਅਦ ਵੀ ਉਹੀ ਬਣੇ ਰਹੇ। ਤੁਸੀਂ ਮੇਰੀ ਗੱਲ ਸੁਣੋ, ਜਦੋਂ ਸਰਕਾਰ ਬਦਲ ਗਈ, ਹਾਲਾਂਕਿ ਕਾਂਗਰਸ ਦੇ ਉਦੋਂ ਐਮਸੀ ਸੀ, ਮੈਂ ਤੁਹਾਨੂੰ ਦੱਸਦਾ, ਜਦੋਂ ਸਰਕਾਰ ਬਦਲ ਗਈ ਹਮੇਸ਼ਾ ਇਹੀ ਹੁੰਦਾ, ਜਦੋਂ ਸਰਕਾਰ ਬਦਲਦੀ ਹੈ ਤਾਂ ਮਿਊਨਿਸਪੈਲਿਟੀ ਦੇ ਵਿੱਚ ਜਿਹੜਾ ਪ੍ਰਧਾਨ ਚੇਅਰਮੈਨ ਸਭ ਬਦਲੇ ਜਾਂਦੇ ਨੇ, ਤਕਰੀਬਨ ਪੂਰੇ ਪੰਜਾਬ 'ਚ ਬਦਲੇ ਗਏ ਨੇ। ਇੱਥੇ ਉਹੀ ਪ੍ਰਧਾਨ ਰਿਹਾ, ਉਹ ਕਿਉਂ ਰਿਹਾ? ਕਿਉਂ ਉਹਦੇ ਨਾਲ ਹੋ ਸਕਦਾ ਉਹਦਾ ਆਪਦਾ ਜਿਹੜਾ ਉਹਦਾ ਤਿਲ ਫੁੱਲ ਸੀ ਉਹ ਮੱਥਾ ਟੇਕ ਆਉਂਦਾ ਸੀਗਾ, ਚੱਲੀ ਗਿਆ। ਨਹੀਂ, ਤੁਹਾਡਾ ਮਤਲਬ ਤਾਂ ਇਹ ਤਿਲ ਫੋਲ ਕਹਿਣ ਤੋਂ ਵੀ ਇਹ ਪੈਸੇ ਦਾ ਬਿਲਕੁਲ ਬਿਲਕੁਲ। ਉਹ ਤਾਂ ਤੁਸੀਂ ਹੁਣ ਖਬਰਾਂ ਰੋਜ਼ ਲੱਗਦੀਆਂ ਨੇ, ਮੈਂ ਤਾਂ ਲਾਉਂਦਾ ਨਹੀਂ ਖਬਰਾਂ, ਪੱਤਰਕਾਰ ਭਾਈਚਾਰ ਖਬਰਾਂ ਲਾਉਂਦਾ ਹੈ। ਤੁਸੀਂ ਕਮੇਟੀ ਦੇ ਵਿੱਚ ਕਿੱਡੇ ਕਿੱਡੇ ਘਪਲੇ ਹੋਏ ਨੇ, ਜਿਹੜੇ ਉਹ ਘਪਲੇ ਹੋਏ ਨੇ 22 ਕਰੋੜ ਦੇ ਟੈਂਡਰ ਲੱਗੇ ਨੇ, ਉਹ ਇੱਕ ਲੀਡਰ ਤੇ ਸਹਾਰੇ ਤੋਂ ਬਗੈਰ ਇੱਕ ਜੇਈ ਜਾਂ ਐਮਈ ਦੀ ਕੀ ਤਾਕਤ ਆ ਵੀ ਉਹ 22 ਕਰੋੜ ਦਾ ਪ੍ਰਧਾਨ ਦੀ ਵੀ ਕੋਈ ਜਾਂ ਪ੍ਰਧਾਨ, ਮੈਂ ਕਹਿੰਦਾ ਪ੍ਰਧਾਨ ਵੀ ਨਹੀਂ ਲਾ ਸਕਦਾ ਜੀ, ਪ੍ਰਧਾਨ ਦੀ ਵੀ ਤਾਕਤ ਨਹੀਂ ਹੈ, ਇੱਕ ਟੈਂਡਰ ਲਾ ਦੂਗਾ ਆਪਦੇ ਲੀਡਰ ਤੋਂ ਬਗੈਰ। ਨਹੀਂ, ਪੈਸੇ ਦਾ ਦੋਸ਼ ਹੈ ਜਿਹੜਾ, ਇਹ ਬਹੁਤ ਗੰਭੀਰ ਦੋਸ਼ ਹੈ, ਇਹਨੂੰ ਤੁਸੀਂ ਕਿਵੇਂ ਪ੍ਰੂਫ? ਮੈਂ ਤੁਹਾਨੂੰ ਦੱਸਦਾ, ਮੈਂ ਪ੍ਰੂਫ ਕਰਦਾ। ਹਾਲਾਂਕਿ ਕੇਵਲ ਸਿੰਘ ਢਿੱਲੋਂ ਕਹਿੰਦੇ ਨੇ ਵੀ ਮੇਰਾ ਪਾਕ ਸਾਫ਼ ਦਾਮਨ ਹੈ। ਤੁਸੀਂ ਕੱਲ ਦੇ ਸਟੇਜ ਤੋਂ ਉਹਨਾਂ ਨੇ ਬੋਲਿਆ ਸੀ, ਹਾਂ, ਕੱਲ ਦੀ ਕੋਈ ਬੰਦਾ ਹੱਥ ਖੜਾ ਕਰੋ, ਪਰਸੋਂ ਜਿਹੜੀ ਸਟੇਜ ਸਟੇਜ ਰਾਣਾ ਗੁਰਜੀਤ ਦੀ, ਉਹਨਾਂ ਨੇ ਕਿਹਾ ਸੀ ਵੀ ਬੰਦਾ ਕੋਈ ਹੱਥ ਖੜਾ ਕਰੋ। ਜਦੋਂ ਹੱਥ ਖੜਾ ਕੀਤਾ ਮੁੰਡਾ ਜੱਗੀ ਪ੍ਰਧਾਨ ਭਦੌੜ ਯੂਨੀਅਨ ਦਾ, ਉਹਨੇ ਹੱਥ ਖੜਾ ਕੀਤਾ, ਉਹਨੂੰ ਇਹ ਕਹਿ ਕੇ ਉਹ ਕਰਤਾ ਵੀ ਤੂੰ ਬਰਨਾਲੇ ਹਲਕੇ ਦਾ ਨਹੀਂ, ਤੂੰ ਭਦੌੜ ਹਲਕੇ ਦਾ। ਮੈਂ ਤੁਹਾਡੇ ਜ਼ਰੀਏ ਨਹੀਂ, ਉਹ ਕਹਿਣਾ ਕੀ ਚਾਹ ਰਹੇ ਤੁਸੀਂ? ਅਸੀਂ ਸਾਡੇ ਕੋਲ ਤਾਂ ਜਿੰਨਾ ਕੁਝ ਬਾਹਰ ਆ ਸਕਿਆ ਕਿ ਮੀਡੀਆ ਵਾਲਿਆਂ ਨੂੰ ਅੰਦਰ ਉਹਨੇ ਹੱਥੇ ਖੜਾ ਕੀਤਾ ਸੀ ਵੀ ਕੀ ਕਹਿਣਾ ਕੀ ਚਾਹ ਉਹ ਰਿਹਾ? ਇਹ ਕਹਿਣਾ ਚਾਹੁੰਦਾ ਸੀ ਵੀ ਜਿਹੜੇ ਮੈਂ ਪ੍ਰਧਾਨ ਆ ਉੱਥੇ, ਮੇਰੇ ਘਰ ਵਾਲੀ ਉੱਥੇ ਐਮਸੀ ਆ, ਅਸੀਂ ਉੱਥੇ ਐਮਸੀ ਲੜਿਆ, ਵੀ ਜਿਹੜਾ ਉੱਥੇ ਪ੍ਰਧਾਨ ਬਣਾਇਆ ਪਹਿਲਾਂ ਤਾਂ ਉਹਦਾ ਪਿਓ ਅਕਾਲੀ ਦਲ ਚੋਂ ਲਿਆ ਕੇ ਚੇਅਰਮੈਨ ਲਾਇਆ, ਉਹ ਤੋਂ ਕਿੰਨੇ ਪੈਸੇ ਲਏ? ਉਹ ਜਵਾਬ ਮੰਗਦਾ ਸੀ। ਉਹਦਾ ਹੀ ਮੁੰਡਾ ਭਦੌੜ ਉੱਥੇ ਪ੍ਰਧਾਨ ਲਾਤਾ ਮਿਊਨਿਸਪੈਲਿਟੀ ਦਾ, ਉਹ ਤੋਂ ਕਿੰਨੇ ਪੈਸੇ ਲਏ? ਉਹ ਜਵਾਬ ਮੰਗ ਰਿਹਾ ਸੀ। ਯਾਨੀ ਇਹਨਾਂ ਨੇ ਜਵਾਬ ਦੇਣ ਦੀ ਬਜਾਏ ਉਹਦਾ ਮੂੰਹ ਬੰਦ ਇਹ ਕਹਿ ਕੇ ਕਰਾਤਾ ਵੀ ਤੂੰ ਭਦੌੜ ਹਲਕੇ ਦੇ। ਅੱਜ ਉਹਨੂੰ ਭਦੌੜ ਹਲਕੇ ਦਾ ਕਹਿ ਕੇ ਉਹਦਾ ਮੂੰਹ ਬੰਦ ਕਰਾਤਾ। ਜਦੋਂ ਸਰਦਾਰ ਕੇਵਲ ਸਿੰਘ ਢਿੱਲੋਂ ਦੀ ਇਲੈਕਸ਼ਨ ਲੜਦੀ ਸੀ ਤਾਂ ਉਹ ਡੇਢ ਮਹੀਨਾ ਇਹਦੀ ਕੋਠੀ 'ਚ ਰਹਿੰਦੇ ਸੀ। ਉਦੋਂ ਕਹਿੰਦੇ ਸੀ ਜੱਗੀ ਜੀਤੇ ਫੋਨ ਕਰਦੇ ਸੀ, ਤੁਸੀਂ ਆ ਕੇ ਇੱਥੇ ਡੇਰੇ ਲਾ ਲਓ, ਤੁਸੀਂ ਛੱਡੋ, ਤੁਸੀਂ ਭਦੌੜ ਸੀਟ ਤੋਂ ਕੀ ਲੈਣਾ ਹੈ, ਤੁਸੀਂ ਮਹਿਲ ਕਲਾਂ ਸੀਟ ਤੋਂ ਕੀ ਲੈਣਾ ਹੈ। ਕੀ ਵੀ ਉਹ ਭਦੌੜ ਦੇ ਨਹੀਂ ਸੀ ਉਦੋਂ ਕਿਉਂ ਉਹਨੂੰ ਕੋਠੀ 'ਚ ਬਹਾਉਂਦਾ ਸੀ? ਨਹੀਂ, ਆਪਾਂ ਗੱਲ ਚੱਲਦੀ ਦੇ ਦਰਮਿਆਨ ਰਾਣਾ ਗੁਰਜੀਤ ਸਿੰਘ ਦੀ ਫੇਰੀ ਵਾਲੀ ਪਰਸੋਂ ਜਿਹੜੀ ਹੋਈ ਹੈ, ਉੱਥੇ ਜਿਹੇ ਜੀ ਕੁੱਕੜ ਖੇ ਉੱਡੀ ਹੈ, ਕਾਂਗਰਸੀਆਂ ਨੇ ਵਿਰੋਧ। ਹੁਣ ਤੁਹਾਨੂੰ ਮੈਂ ਇੱਕ ਹੋਰ ਜਿਹੜੀ ਤੁਸੀਂ ਪੈਸੇ ਵਾਲੀ ਗੱਲ, ਮੈਂ ਪਹਿਲਾਂ ਉਹਨੂੰ ਪੂਰੀ ਕਰਦੇ। ਬਰਨਾਲੇ ਦੀ ਮਾਰਕੀਟ ਕਮੇਟੀ ਬਹੁਤ ਵੱਡਾ ਇੱਕ ਅਦਾਰਾ ਹੈ, ਮਾਰਕੀਟ ਕਮੇਟੀ ਦਾ ਬਹੁਤ ਵੱਡਾ ਅਦਾਰਾ ਹੈ, ਔਰ ਕਾਂਗਰਸ ਕੋਲੇ ਬਹੁਤ ਵੱਡੇ ਵਰਕਰ ਨੇ ਇੱਥੇ ਜਿਹੜੇ ਉਸ ਅਹੁਦੇ ਤੇ ਬੈਠਣ ਵਾਲੇ ਨੇ। ਦੱਸੋ ਮੈਨੂੰ, ਇੱਕ ਅਕਾਲੀ ਦਲ ਦਾ ਬੰਦਾ ਲਿਆ ਕੇ ਉਹਨੂੰ ਮਾਰਕੀਟ ਕਮੇਟੀ ਦਾ ਪ੍ਰਧਾਨ ਬਣਾਤਾ, ਕਿ ਵਰਕਰ ਕਿਉਂ ਨਹੀਂ ਬਣਾਇਆ? ਵੀ ਉਹ ਬਿਨਾਂ ਪੈਸੇ ਤੋਂ ਬਣ ਗਿਆ। ਇਹਦਾ ਕਦੇ ਤੁਹਾਨੂੰ ਜਵਾਬ ਨਹੀਂ ਮੰਗਿਆ ਢਿੱਲੋਂ ਸਾਹਿਬ ਤੋਂ? ਵੀ ਬਹੁਤ ਵਾਰੀ ਜਵਾਬ ਮੰਗਿਆ, ਉਹਦਾ ਜਵਾਬ ਅੱਜ ਤੱਕ ਦਿੱਤਾ ਹੀ ਨਹੀਂ। ਅੱਛਾ, ਉਹਦਾ ਕੋਈ ਜਵਾਬ ਨਹੀਂ ਦਿੱਤਾ। ਫਿਰ ਦੂਜੀ ਗੱਲ, ਮਾਰਕੀਟ ਕਮੇਟੀ ਧਨੌਲਾ, ਉਹ ਵੀ ਪ੍ਰਧਾਨ ਅਕਾਲੀ ਦਲ ਚੋਂ ਲਿਆ ਕੇ ਬਣਾਤਾ। ਕੀ ਕਾਂਗਰਸ ਕੋਲੇ ਕੋਈ ਵਰਕਰ ਨਹੀਂ ਸੀ? ਫਿਰ ਕਮੇਟੀ ਬਰਨਾਲੇ ਦੀ ਕਮੇਟੀ ਏ ਕਲਾਸ ਕਮੇਟੀ ਹੈ, ਤਕਰੀਬਨ ਬਹੁਤ ਅੰਦਰ ਵਾਲੀ ਕਮੇਟੀ ਹੈ ਆਪਣੀ ਜਿਹੜੀ ਬਰਨਾਲੇ ਦੀ ਕਮੇਟੀ ਹੈ। 21 ਐਮਸੀ ਸਾਡੇ ਬਰਨਾਲੇ ਨੇ ਕਾਂਗਰਸ ਦੀ ਝੋਲੀ ਪਾਈ।
ਪਾਏ ਨਹੀਂ। 21 ਐਮਸੀਆਂ ਦੇ ਵਿੱਚ ਇੱਕ ਵੀ ਐਮਸੀ ਇਹੋ ਜਿਹਾ ਹੈ ਨਹੀਂ ਸੀ ਜਿਹੜਾ ਪ੍ਰਧਾਨ ਬਣਨ ਦੇ ਯੋਗ ਨਹੀਂ ਸੀ। ਜਿਹੜਾ ਪ੍ਰਧਾਨ ਬਣਾਇਆ ਉਹ ਤਾਂ ਕਾਂਗਰਸੀ ਟਿਕਟ ਤੋਂ ਜਿੱਤਿਆ ਹੋਇਆ ਹੀ ਬਣਿਆ। ਮੈਂ ਤੁਹਾਨੂੰ ਦੱਸਦਾ ਨਾ, ਉਹ ਜਿਹੜਾ ਜਿੱਤਿਆ ਉਹ ਸਿਰਫ ਮਹਿਜ਼ ਕਾਂਗਰਸ ਦੀ ਟਿਕਟ ਪ੍ਰਾਪਤ ਕਰਨ ਲਈ ਅਕਾਲੀ ਦਲ ਛੱਡ ਕੇ ਕਾਂਗਰਸ 'ਚ ਆਇਆ ਸੀ। ਚੰਦ ਦਿਨ ਪਹਿਲਾਂ ਉਹਨੇ ਪਾਰਟੀ ਛੱਡੀ, ਉਹ ਕਾਂਗਰਸ ਜੁਆਇਨ ਕੀਤੀ, ਫਿਰ ਉਹਨੂੰ ਕਾਂਗਰਸ ਦੀ ਟਿਕਟ ਦਿੱਤੀ, ਫਿਰ ਉਹਨੂੰ ਪ੍ਰਧਾਨ ਬਣਾਇਆ। ਫਿਰ ਤੁਸੀਂ ਵਾਈਸ ਪ੍ਰਧਾਨ ਦੀ ਲਾ ਲਓ, ਵਾਈਸ ਪ੍ਰਧਾਨ ਬੀਜੇਪੀ ਦਾ, ਬੀਜੇਪੀ ਦੇ ਵਿੱਚ ਉਹਨੇ ਆਜ਼ਾਦ ਇਲੈਕਸ਼ਨ ਲੜ ਕੇ, ਕਿਉਂ ਬੀਜੇਪੀ ਦਾ ਅੱਜ ਪੂਰੀ ਕਿਸਾਨ ਜਿਹੜੇ ਵਿਰੋਧ ਕਰ ਰਿਹਾ, ਬੀਜੇਪੀ ਦਾ ਕੋਈ ਵੀ ਬੰਦਾ ਟਿਕਟ ਦੇ ਉੱਤੇ ਇਲੈਕਸ਼ਨ ਨਹੀਂ ਲੜਿਆ, ਉਹਨੇ ਆਜ਼ਾਦ ਇਲੈਕਸ਼ਨ ਲੜੀ। ਆਜ਼ਾਦ ਇਲੈਕਸ਼ਨ ਲੜ ਕੇ ਇੱਕ ਆਜ਼ਾਦ ਬੰਦੇ ਨੂੰ ਵਾਈਸ ਪ੍ਰੈਜ਼ੀਡੈਂਟ ਬਣਾਉਂਦੇ ਨੇ। ਕਿਤੇ ਤਾਂ ਦਾਲ 'ਚ ਕਾਲਾ ਹੈ ਨਾ। ਜਿਵੇਂ ਤੁਹਾਨੂੰ ਇਹ ਲੱਗਦਾ ਵੀ ਜਿਹੜਾ ਇਸ ਤਰ੍ਹਾਂ ਦੀਆਂ ਅਹੁਦੇਦਾਰੀਆਂ ਦਿੱਤੀਆਂ ਗਈਆਂ ਵੀ ਵਰਕਰਾਂ ਨੂੰ ਨਜ਼ਰਅੰਦਾਜ਼, ਕਿ ਦਾਲ 'ਚ ਕਾਲੇ ਤੋਂ ਬਿਨਾਂ ਨਹੀਂ, ਬਿਨਾਂ ਦਾਲ 'ਚ ਕਾਲੇ ਤੋਂ ਨਹੀਂ ਹੁੰਦੀਆਂ। ਇਹਦਾ ਮਤਲਬ ਤਾਂ ਦਾਲ ਹੀ ਕਾਲੀ ਹੈ। ਮੈਂ ਕਹਿੰਦਾ ਸਾਰੀ ਦਾਲ ਕਾਲੀ ਹੈ। ਸਾਰੀ ਦਾਲ ਕਾਲੀ ਹੈ ਵੀ ਦਾਲ 'ਚ ਕਾਲਾ ਤਾਂ ਹੁੰਦਾ, ਕਾਲਾ ਤਾਂ ਹੁੰਦਾ ਥੋੜਾ, ਸਾਰੀ ਦਾਲ ਕਾਲੀ। ਵੀ ਜੇ ਕੋਈ ਵੀ ਆਉਂਦਾ ਜਿਹੜਾ ਕੱਲੇ ਮੱਖਣ ਸ਼ਰਮਾ ਵਾਲੇ, ਇੱਕੋ ਹੀ ਆਉਂਦਾ ਜਿਹੜਾ ਮਾਰ ਕੇ ਆਪਣਾ ਨਗਰ ਸੁਧਾਰ ਟਰਸਟ ਬਰਨਾਲਾ, ਜਿਹੜਾ ਮੱਖਣ ਸ਼ਰਮਾ ਇੱਕ ਵਰਕਰ ਦੀ ਕਦਰ ਕੀਤੀ ਹੈ, ਅਸੀਂ ਉਹਦਾ ਸਵਾਗਤ ਕਰਦੇ ਹਾਂ। ਬਾਜਵਾ ਸਾਹਿਬ ਇੱਕ ਹੋਰ ਦੇਖੋ, ਅੱਜ ਦੇਖੋ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀ ਤੋਂ ਲਾਇਆ ਗਿਆ ਤੇ ਉਹ ਜਿਹੜੇ ਇੱਥੇ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਬਣਾਇਆ ਗਿਆ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਹੈ ਜਿਹੜਾ ਉਹ ਨਵਜੋਤ ਸਿੰਘ ਸਿੱਧੂ ਨੂੰ ਬਣਾਇਆ ਗਿਆ, ਵੀ ਕਾਂਗਰਸ ਦੀ ਜਿਹੜੀ ਡੁੱਬਦੀ ਬੇੜੀ ਸੀ ਲੋਕਾਂ ਦੇ ਵਿੱਚ, ਕਾਂਗਰਸ ਦੀ ਸਰਕਾਰ 4.5 ਸਾਲ ਦੀ ਜਿਹੜੀ ਲੰਘੀ, ਉਹਦਾ ਕੋਈ ਬਹੁਤਾ ਵਧੀਆ ਉਹਦਾ ਅਸਰ ਨਹੀਂ ਸੀ ਪੈ ਰਿਹਾ। ਦੇਖੋ ਅੱਜ ਇੱਕ ਮਿੰਟ, ਮੈਂ ਮੇਰਾ ਜਿਹੜਾ ਸਵਾਲ ਹੈ ਪੂਰਾ ਹੋ ਲੈਣ ਦਿਓ ਵੀ ਅੱਜ ਜਿਹੜਾ ਕਾਂਗਰਸ ਦਾ ਮਾਹੌਲ ਬਦਲਿਆ, ਠੀਕ ਹੈ, ਲੋਕਾਂ 'ਚ ਉਤਸ਼ਾਹ ਦੇਖਣ ਨੂੰ ਵੀ ਲੱਗਦਾ, ਤੇ ਹੁਣ ਦੂਜੇ ਪਾਸੇ ਤੁਹਾਡੀ ਜਿਹੜੀ ਕਾਂਗਰਸ ਦੀ ਇਹ ਧੜੇਬੰਦੀ ਹੈ, ਕੀ ਇਹ ਚੋਣਾਂ ਦੇ ਨਤੀਜਿਆਂ ਤੇ ਕੋਈ ਅਸਰ ਨਹੀਂ ਪਾਊਗੀ? ਨਹੀਂ, ਮੈਂ ਤੁਹਾਨੂੰ ਇਹਦੀ ਗੱਲ ਦੱਸਦਾ। ਸਾਡੇ ਬਹੁਤ ਹੀ ਸਤਿਕਾਰਯੋਗ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਜੀ, ਉਹ ਜਦੋਂ ਵੀ ਆਪਣੀ ਇੰਟਰਵਿਊ ਦੇ ਵਿੱਚ ਇੱਕ ਗੱਲ ਕਹਿੰਦੇ ਨੇ, ਕੰਪਰੋਮਾਈਜ਼ ਸੀਐਮ, ਜਿਹੜਾ 4.5 ਸਾਲ ਉਹ ਕੰਪਰੋਮਾਈਜ਼ ਸੀਐਮ ਸੀਗਾ, ਜਿਹੜਾ ਅੱਜ ਕੰਪਰੋਮਾਈਜ਼ ਤੁਹਾਨੂੰ ਪਤਾ ਹੀ ਹੈ, ਸਾਰਿਆਂ ਨੂੰ ਪਤਾ, ਅਕਾਲੀ ਦਲ ਨਾਲ, ਸੁਖਬੀਰ ਬਾਦਲ ਨਾਲ। ਅੱਜ ਸਾਡਾ ਜਿਹੜਾ ਸੀਐਮ ਨਰੋਲ ਕਾਂਗਰਸ ਦਾ ਇੱਕ ਉਹ ਸੀਐਮ ਬਣਿਆ ਜਿਹੜਾ ਮਤਲਬ ਜ਼ਮੀਨ ਨਾਲ ਜੁੜਿਆ ਹੋਇਆ, ਉਹ ਵੀ ਨਗਰ ਕੌਂਸਲ ਦੇ 3 ਨਗਰ ਕੌਂਸਲ ਦਾ 3 ਮੈਂਬਰ ਰਿਹਾ, ਉਹ ਅੱਜ ਸੀਐਮ ਬਣਿਆ। ਉਹਦੇ ਨਾਲ ਸਾਡੇ ਜਿਹੜੇ ਕਾਂਗਰਸ ਵਰਕਰਾਂ 'ਚ ਇੰਨਾ ਉਤਸ਼ਾਹ ਪੈਦਾ ਹੋਇਆ, ਮਤਲਬ ਜਿਹੜੀ ਤੁਸੀਂ ਸ਼ੀਟ ਦੀ ਗੱਲ ਕਰਦੇ ਹੋ ਵੀ ਉਤਸ਼ਾਹ ਕਿਤੇ ਆ ਗੁੱਟਬੰਦੀ ਹੈ ਜਿਹੜੀ ਮੱਠਾ ਤਾਂ ਨਹੀਂ ਪਾ ਦੂ, ਨਹੀਂ ਪਾਉਂਦੀ। ਇਹਦੇ ਵਿੱਚ ਇੱਕੋ ਹੀ ਗੱਲ ਹੈ, ਮੈਂ ਤੁਹਾਡੇ ਚੈਨਲ ਦੇ ਜ਼ਰੀਏ ਸਾਡੇ ਬਹੁਤ ਹੀ ਸਤਿਕਾਰਯੋਗ ਪੀਐਸਸੀ ਦੇ ਪ੍ਰਧਾਨ ਸ੍ਰੀ ਨਵਜੋਤ ਸਿੰਘ ਸਿੱਧੂ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸੀਐਮ ਚਰਨਜੀਤ ਸਿੰਘ ਚੰਨੀ, ਇਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਜਦੋਂ ਵੀ ਬਰਨਾਲੇ ਦੀ ਕੋਈ ਟਿਕਟ ਦੇਣੀ ਹੈ ਨਾ, ਤੁਸੀਂ ਟਿਕਟ ਇੱਥੇ ਕਿਸੇ ਵੀ ਇੱਕ ਵਰਕਰ ਨੂੰ ਦੇ ਕੇ ਦੇਖ ਲਓ। ਤੁਸੀਂ ਦੇਖੋ ਜਿੱਦਾਂ ਮੈਂ ਕਹਿੰਦਾ ਉਹਨੂੰ ਪ੍ਰਚਾਰ ਕਰਨ ਦੀ ਲੋੜ ਨਹੀਂ, ਟਿਕਟ ਦੇ ਕੇ ਕੇਵਲ ਸਿੰਘ ਢਿੱਲੋਂ ਨੂੰ ਟਿਕਟ ਦੇਣਾ ਜਿਹੜਾ, ਮੈਂ ਕਹਿੰਦਾ ਕੇਵਲ ਸਿੰਘ ਢਿੱਲੋਂ ਨੂੰ ਟਿਕਟ ਦੇਤੀ 150% ਹਰੂਗਾ। ਔਰ ਕਿਸੇ ਵੀ ਇੱਕ ਵਰਕਰ ਨੂੰ ਤੁਸੀਂ ਇੱਥੇ ਟਿਕਟ ਦੇ ਦੇ ਪਾਰਟੀ, ਕਿਹੜੇ ਨੂੰ ਕੋਈ ਤੁਹਾਨੂੰ ਨਾ, ਮੈਂ ਕਹਿੰਦਾ ਕਿਸੇ ਵੀ ਵਰਕਰ ਨੂੰ ਦੇ ਦੇ। ਸਾਡੇ ਤੁਸੀਂ ਮੱਖਣ ਸ਼ਰਮੇ ਦੀ ਗੱਲ ਕੀਤੀ ਆ, ਮੱਖਣ ਸ਼ਰਮੇ ਨੂੰ ਦੇ ਦੇਣ ਟਿਕਟ, ਸਾਡੇ ਜਤਿੰਦਰ ਬਹਾਦਰਪੁਰੀਆ ਨੂੰ ਦੇ ਦੇਣ ਟਿਕਟ, ਸਾਡੇ ਰਣਜੀਤ ਸਿੰਘ ਰਾਣਾ ਜੀ ਬੈਠੇ ਆ ਕਲਾਲਾ, ਉਹਨਾਂ ਨੂੰ ਦੇ ਦੇਣ ਟਿਕਟ, ਕਾਲਾ ਢਿੱਲੋਂ ਨੂੰ ਦੇ ਦੇਣ ਟਿਕਟ, ਜਿਹਨੂੰ ਮੈਂ ਕਹਿੰਦਾ ਜਿਹਨੂੰ ਮਰਜ਼ੀ ਟਿਕਟ ਦੇਣ। ਰਾਜ ਭੱਦਲਵੱਡ ਵਰਕਰ ਸਾਡੇ ਇੱਥੇ ਇਹ ਵੀ ਚੱਲਦੀ ਹੈ ਵੀ ਹਿੰਦੂ ਉਮੀਦਵਾਰ ਲਈ ਸੀਟ ਵਿਚਾਰੀ ਜਾ ਰਹੀ ਹੈ। ਦੇਖੋ ਜਿਹੜੀ ਹਿੰਦੂ ਹੈ ਨਾ, ਤੁਸੀਂ ਗੱਲ ਕਰਦੇ ਹੋ, ਇਹ ਇੱਕ ਪ੍ਰੋਪੋਗੰਡਾ ਹੈ। ਸਾਡੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਆਪਣੇ 'ਚ ਤੁਸੀਂ ਵੀ ਇੱਥੇ ਰਹਿੰਦੇ ਹੋ, ਇੱਥੇ ਕੋਈ ਇਹੋ ਜਿਹੀ ਗੱਲ ਨਹੀਂ। ਮੈਂ ਕਹਿੰਦਾ ਇੱਥੇ ਚਾਹੇ ਹਿੰਦੂ ਨੂੰ ਟਿਕਟ ਦੇ ਦੇਣ, ਚਾਹੇ ਕਿਸੇ ਸਰਦਾਰ ਨੂੰ ਦੇ ਦੇਣ, ਜਿਹਨੂੰ ਮਰਜ਼ੀ ਦੇ ਦੇਣ, ਵਰਕਰ ਨੂੰ ਦੇ ਦੇਣ, 150% ਉਹ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਪਊਗੀ। ਪਰ ਜੇ ਕੇਵਲ ਸਿੰਘ ਢਿੱਲੋਂ ਨੂੰ ਟਿਕਟ ਦਿੱਤੀ ਤਾਂ ਅੱਜ ਜਿਹੜੇ ਸਾਡੇ ਕਾਂਗਰਸੀ ਆ ਉਹ ਤਾਂ ਇਹਨੂੰ ਕਾਂਗਰਸੀ ਨਹੀਂ ਮੰਨਦੇ। ਉਹ ਕਹਿੰਦੇ ਆ ਵੀ ਇਹ ਅੱਜ ਵੀ ਕੈਪਟਨ ਅਮਰਿੰਦਰ ਸਿੰਘ ਦੀ ਸੱਜੀ ਬਾਂਹ, ਇਹ ਕੱਲ ਵੀ ਸੱਜੀ ਬਾਂਹ ਸੀ ਤੇ ਅੱਜ ਵੀ ਸੱਜੀ ਬਾਂਹ। ਹਾਂ, ਉਦੋਂ ਇਹ ਆਮ ਤੌਰ ਤੇ ਕਹਿੰਦੇ ਹੁੰਦੇ ਸੀ ਸੱਜੀ ਬਾਂਹ, ਇਹ ਸੱਜੀ ਬਾਂਹ, ਇਹ ਕੈਪਟਨ ਅਮਰਿੰਦਰ, ਇਹ ਕਾਂਗਰਸ ਨਾਲ ਹੁਣ ਤਾਂ ਜਿਵੇਂ ਚੰਨੀ ਸਾਹਿਬ ਨਾਲ ਚਲੇ ਗਏ। ਨਹੀਂ, ਕਾਹੇ ਚੰਨੀ ਸਾਹਿਬ ਨਾਲ ਉਦੋਂ ਧੱਕਾ ਹੈ ਜਦੋਂ ਧੱਕੇ ਨੂੰ ਇਹ ਵੀ ਮੈਨੂੰ ਟਿਕਟ ਮਿਲੂ। ਜਿੱਦੇ ਪਾਰਟੀ ਨੇ ਕਹਤਾ ਵੀ ਕੇਵਲ ਸਿੰਘ ਤੈਨੂੰ ਟਿਕਟ ਨਹੀਂ ਮਿਲਦੀ, ਤੁਸੀਂ ਦੂਜੇ ਦਿਨ ਇਹ ਲੈ ਲਓ ਵੀ ਉਦੋਂ ਇਹ ਕਾਂਗਰਸ ਦੇ ਖਿਲਾਫ ਬੋਲੂ ਤੇ ਕੈਪਟਨ ਅਮਰਿੰਦਰ ਸਿੰਘ ਦੇ ਪੱਖ 'ਚ ਬੋਲੂ। ਨਹੀਂ, ਤੁਸੀਂ ਕੈਪਟਨ ਅਮਰਿੰਦਰ ਸਿੰਘ ਦੇ ਨੇੜਤਾ ਦੀ ਗੱਲ ਕਰਦੇ ਹੋ ਵੀ ਉਹ ਕਿਵੇਂ, ਤੁਹਾਨੂੰ ਕਿਵੇਂ ਮਹਿਸੂਸ ਹੁੰਦੀ ਹੈ ਜਦੋਂ ਜੀ ਅੱਜ ਵੀ ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਪੋਸਟਰ ਇਹਦੇ ਘਰਾਂ ਤੇ ਲੱਗੇ ਹੋਏ ਨੇ, ਅੱਜ ਵੀ ਉੱਥੇ ਉਹ ਲੱਗੇ ਨੇ, ਅੱਜ ਵੀ ਨਹੀਂ ਲਏ। ਜਿਹੜਾ ਮੋਹ ਆ ਉਹ ਤਾਂ ਭੰਗ ਨਹੀਂ ਹੁੰਦਾ।
ਅੱਛਾ, ਜਾਨੀ ਤੁਹਾਡਾ ਮਤਲਬ ਇਹ ਹੈ ਵੀ ਕੈਪਟਨ ਅਮਰਿੰਦਰ ਸਿੰਘ ਨਾਲ ਮੋਹ ਇਹਨਾਂ ਦਾ ਬਰਕਰਾਰ ਹੈ। ਬਰਕਰਾਰ ਹੈ, ਉਹ ਬਰਕਰਾਰ ਹੈ ਵੀ ਹੁਣ ਕੱਲੀ ਟਿਕਟ ਦਾ ਹੀ ਇੰਤਜ਼ਾਰ, ਕੱਲਾ ਟਿਕਟ ਦਾ ਇੰਤਜ਼ਾਰ ਹੈ। ਜੇ ਟਿਕਟ ਮਿਲ ਗਈ ਤਾਂ ਕਾਂਗਰਸ ਹੈ, ਜੇ ਨਾ ਮਿਲੀ ਤਾਂ ਕੋਈ ਕਾਂਗਰਸ ਨਹੀਂ। ਤੇ ਚਲੋ ਤੁਹਾਨੂੰ ਇੱਕ ਹੋਰ ਵੀ ਮਤਲਬ ਘਟਨਾਕ੍ਰਮ ਲੋਕਾਂ ਦੇ ਵਿੱਚ ਸੁਣਨ ਨੂੰ ਮਿਲਿਆ, ਅੱਜ ਸਾਡੇ ਦਰਸ਼ਕਾਂ ਨਾਲ ਉਹ ਗੱਲ ਤੁਸੀਂ ਸਾਂਝੀ ਕਰ ਸਕਦੇ ਹੋ ਵੀ ਇੱਕ ਸਮਾਂ ਇਹੋ ਜਿਹਾ ਆਇਆ ਸੀ ਵੀ ਤੁਸੀਂ ਗੱਡੀ 'ਚੋਂ ਜਾਂਦੇ ਜਾਂਦੇ ਉਤਰ ਗਏ ਸੀ, ਉਹ ਕੀ ਘਟਨਾਕ੍ਰਮ ਸੀ ਸਾਰਾ? ਘਟਨਾਕ੍ਰਮ ਇਹ ਸੀ, ਗੱਡੀ 'ਚ ਜਦੋਂ ਮੈਂ ਜਾਂਦਾ, ਇਹ ਗੱਲ ਸੱਚ ਹੈ ਵੀ ਉਤਰ ਗਏ ਸੀ? ਬਿਲਕੁਲ ਸੱਚ ਹੈ। ਉਦੋਂ ਮੁੜ ਕੇ ਕਦੇ ਨਹੀਂ ਚੜੇ? ਬਿਲਕੁਲ ਨਹੀਂ ਚੜਿਆ ਜੀ ਮੈਂ, ਇਹ ਬਿਲਕੁਲ ਸੱਚ ਹੈ। ਸੱਚ ਇਹ ਹੈ ਵੀ ਇੱਥੇ ਮੱਖਣ ਸ਼ਰਮੇ ਆਪਣੇ ਜੇ ਚੇਅਰਮੈਨ ਸਾਹਿਬ ਦੇ, ਉਹਨਾਂ ਦੇ ਫਾਦਰ ਦੀ ਡੈਥ ਹੋਈ ਸੀ, ਕਾਂਗਰਸ ਸਰਕਾਰ ਬਣੀ ਸੀ, ਅਸੀਂ ਢਿੱਲੋਂ ਸਾਹਿਬ ਨੂੰ ਫੋਨ ਕਰਦੇ ਸੀ, ਇਹ ਫੋਨ ਨਹੀਂ ਸੀ ਚੱਕਦਾ। ਅਸੀਂ ਕੋਠੀ ਇੱਕ ਦੋ ਵਾਰੀ ਚੰਡੀਗੜ੍ਹ ਗਏ, ਉੱਥੋਂ ਇਹ ਕਹਿ ਕੇ ਮੋੜ ਦਿੰਦੇ ਸੀ ਉਹ ਦਿੱਲੀ ਗਿਆ, ਪਰ ਉਹ ਹੁੰਦਾ ਉੱਥੇ ਹੀ ਸੀਗਾ। ਮੈਂ ਇੱਕ ਦੋ ਵਾਰੀ ਦੇਖ ਵੀ ਲਿਆ ਸੀ, ਮਿਲ ਵੀ ਲਏ। ਮਨ ਨੂੰ ਬੜਾ ਦੁੱਖ ਹੁੰਦਾ ਸੀ, ਇਹ ਸੀ ਵੀ ਯਾਰ ਇੱਕ ਵਾਰੀ ਆਪਾਂ ਢਿੱਲੋਂ ਸਾਹਿਬ ਨਾਲ ਗੱਲ ਕਰੀਏ ਵੀ ਢਿੱਲੋਂ ਸਾਹਿਬ ਤਾਂ ਕਹਿੰਦੇ ਮੇਰੇ ਖਿਲਾਫ ਪ੍ਰਚਾਰ ਕੀਤਾ ਜਾ ਰਿਹਾ, ਮੈਂ ਤਾਂ ਕੋਈ ਫੋਨ ਇਹੋ ਜਿਹਾ ਨਹੀਂ ਮੈਂ ਅਟੈਂਡ ਕਰਦਾ। ਮੈਂ ਉਹਦੀ ਜਿਉਂਦੀ ਜਾਗਦੀ ਗਵਾਹ ਬੈਠਾ ਨਾ, ਮੈਂ ਸਾਹਮਣੇ ਬਹਿ ਕੇ ਡਿਬੇਟ ਕਰ ਸਕਦਾ। ਮੇਰੇ ਮਨ ਦੇ ਵਿੱਚ ਇਹ ਸੀ ਵੀ ਯਾਰ ਇੱਕ ਵਾਰੀ ਆਪਾਂ ਇਹਨੂੰ ਕਲੀਅਰ ਗੱਲ ਕਰ ਲਈਏ ਢਿੱਲੋਂ ਸਾਹਿਬ ਕੋਲ ਬਹਿ ਕੇ। ਜਦੋਂ ਇਹ ਮੱਖਣ ਸ਼ਰਮਾ ਦੇ ਫਾਦਰ ਦੀ ਡੈਥ ਹੋਈ ਹੈ, ਇਹ ਇਹਦੇ ਘਰੇ ਬੈਠਣ ਆਇਆ ਸੀ। ਮੈਂ ਢਿੱਲੋਂ ਸਾਹਿਬ ਨੂੰ ਆਖਿਆ, ਮੈਂ ਜੀ ਮੈਂ ਤੁਹਾਡੇ ਨਾਲ ਦੋ ਗੱਲਾਂ ਕਰਨੀਆਂ ਨੇ। ਇਹ ਮੈਨੂੰ ਕਹਿੰਦੇ ਮੇਰੇ ਨਾਲ ਗੱਡੀ 'ਚ ਬਹਿ ਜਾ। ਮੈਂ ਗੱਡੀ 'ਚ ਬਹਿ ਗਿਆ। ਮੈਂ ਆਪਦੀ ਗੱਡੀ ਮਗਰ ਲਵਾ ਲਈ। ਅਸੀਂ ਗੱਲਾਂ ਕਰਦੇ ਕਰਦੇ ਮੈਂ ਇਹਨਾਂ ਨੂੰ ਆਖਿਆ, ਢਿੱਲੋਂ ਸਾਹਿਬ ਨਾ ਤੁਸੀਂ ਫੋਨ ਚੱਕਦੇ ਹੋ, ਨਾ ਤੁਸੀਂ ਚੰਡੀਗੜ੍ਹ, ਬਿਲਕੁਲ ਨਾ ਤੁਸੀਂ ਚੰਡੀਗੜ੍ਹ ਮਿਲਦੇ ਹੋ, ਅਸੀਂ ਚੰਡੀਗੜ੍ਹ ਆਉਨੇ ਆ। ਅਸੀਂ ਬੜੀ ਬੇਸਬਰੀ ਨਾਲ ਕਾਂਗਰਸ ਸਰਕਾਰ ਉਡੀਕਦੇ ਸੀ, ਅਸੀਂ ਹੁਣ ਜਾਈਏ ਕਿੱਥੇ, ਕਿਹਦੇ ਕੋਲ ਜਾਈਏ, ਅਸੀਂ ਕਿਹਨੂੰ? ਪ੍ਰਸ਼ਾਸਨ ਸਾਡੀ ਸੁਣਦਾ ਨਹੀਂ। ਜਾਂ ਤੁਸੀਂ ਪ੍ਰਸ਼ਾਸਨ ਦੇ ਵਿੱਚ ਹੀ ਕੋਈ ਇਹੋ ਜਿਹਾ ਕਹਿ ਦਿਓ ਵੀ ਭਾਈ ਆਹ ਸਾਡੇ ਵਰਕਰ ਹੈ, ਆਹ ਸਾਡੇ ਆ ਵੀ ਜੇ ਇਹ ਬੰਦਾ ਆਉਂਦਾ ਇਹਦੇ ਕੰਮ ਹੋ ਜਾਣਾ ਸੀ, ਸਾਡੇ ਕੋਲ ਆਉਣ ਦੀ ਲੋੜ ਨਾ ਪਵੇ। ਇਹਦਾ ਇੱਕੋ ਹੀ ਜਵਾਬ ਸੀ, ਇਹ ਕਹਿੰਦਾ ਤੁਸੀਂ ਚੰਡੀਗੜ੍ਹ ਕੀ ਕਰਨ ਆਉਣਾ? ਮੈਂ ਕਿਹਾ ਜੀ ਇਹ ਤਾਂ ਕੋਈ ਗੱਲ ਨਾ ਹੋਈ, ਚੰਡੀਗੜ੍ਹ ਤਾਂ ਸਾਡੇ ਕੰਮ ਹੈ, ਅਸੀਂ ਆਉਣਾ ਹੀ ਆ। ਕਹਿੰਦਾ ਤੁਸੀਂ ਕੋਠੀ ਜਾਓ, ਕੋਠੀ ਜਾ ਕੇ ਕੰਮ ਲਿਖਾਓ। ਕਿਹਦੇ ਕੋਲੇ ਕੋਠੀ ਜਾਓ ਜਦੋਂ ਆਪ ਤਾਂ ਇਹ ਹੁੰਦੇ ਨਹੀਂ? ਮੈਂ ਉਹੀ ਗੱਲ ਵੀ ਮੈਂ ਕਿਹਾ ਜੀ ਕੋਠੀ ਕਿਹਦੇ ਕੋਲ ਜਾਈਏ? ਕਹਿੰਦਾ ਮੇਰੇ ਬੰਦੇ ਬੈਠੇ ਉੱਥੇ ਬਈ, ਉੱਥੇ ਬੈਠੇ, ਉੱਥੇ ਕੋਈ ਕਾਂਗਰਸ ਦਾ ਵਰਕਰ ਨਹੀਂ, ਕੋਈ ਕਾਂਗਰਸ ਦਾ ਅਹੁਦੇਦਾਰ ਨਹੀਂ ਸੀ ਉੱਥੇ। ਸਾਰੇ ਇਹਦੇ ਜਿਹੜੇ ਬੰਦੇ ਦਿਹਾੜੀਦਾਰ ਕਹਿ ਲਈਏ ਆਪਾਂ, ਜਾਂ ਕੀ ਕਹਿੰਦੇ ਹੁੰਦੇ ਨੇ, ਤਨਖਾਹਦਾਰ ਬੰਦੇ ਕਹਿ ਲਈਏ, ਉਹ ਬੈਠੇ ਹੁੰਦੇ ਸੀਗੇ ਬੰਦੇ, ਵੀ ਉਹਨਾਂ ਨੂੰ ਲਿਖਾਓ। ਮੈਂ ਕਿਹਾ ਜੀ ਅਸੀਂ ਉਹਨਾਂ ਥੱਲੇ ਨਹੀਂ ਲੱਗਣਾ। ਜਿਹੜੀ ਦੋਨੇ ਮਤਲਬ ਸਾਫਣ ਕਰ ਬਿਲਕੁਲ, ਮੈਂ ਕਿਹਾ ਜੀ ਅਸੀਂ ਉਹਨਾਂ ਥੱਲੇ ਨਹੀਂ ਲੱਗਣਾ। ਉਦੋਂ ਬਾਅਦ ਮੈਂ ਕਿਹਾ ਜੀ ਤੁਸੀਂ ਗੱਡੀ ਰੋਕੋ, ਇਹਨਾਂ ਨੇ ਗੱਡੀ ਰੋਕ ਲਈ, ਆਪਾਂ ਗੱਡੀ 'ਚ ਉਤਰ ਗਏ। ਆਪਾਂ ਉਦੋਂ ਬਾਅਦ ਮੁੜ ਕੇ ਜਿਹੜੀ ਪਰਮ ਦੇ ਪੱਕੇ ਰਹੇ। ਬਿਲਕੁਲ, ਅੱਜ ਵੀ ਆ ਉੱਥੇ ਖੜੇ ਆ। ਜੇ ਕਾਂਗਰਸ ਨੇ ਟਿਕਟ ਇਹਨਾਂ ਨੂੰ ਦੁਬਾਰੇ ਫੇਰ ਦੇਤੀ, ਬਿਲਕੁਲ ਅਸੀਂ ਬੰਦਾ ਖੜਾ ਕਰਾਂਗੇ, ਚਾਹੇ ਸਾਨੂੰ ਕਾਂਗਰਸ ਰੱਖ ਲੈ ਚਾਹੇ ਛੱਡ ਦੇ। ਉਹ ਫਿਰ ਕਾਂਗਰਸ ਤੇ ਡਿਪੈਂਡ, ਅਸੀਂ ਕਾਂਗਰਸ ਨਹੀਂ ਛੱਡਦੇ, ਸਾਨੂੰ ਕਾਂਗਰਸ ਛੱਡ ਦੂ ਉਹ ਵੱਖਰੀ ਹੈ। ਵੀ ਜੇ ਤੁਹਾਡੀ ਡਿਮਾਂਡ ਹੈ ਜਿਹੜੀ ਉਹਨੂੰ ਅਣਸੁਣਿਆ ਕਰਕੇ ਕਾਂਗਰਸ ਪਾਰਟੀ ਇਹਨਾਂ ਨੂੰ ਟਿਕਟ ਦਿੰਦੀ ਹੈ ਤਾਂ ਅਸੀਂ ਉਹਦਾ ਵਿਰੋਧ ਕਰਾਂਗੇ। ਵੀ ਤੁਸੀਂ ਵਿਰੋਧ ਕਰੋਗੇ? ਬਿਲਕੁਲ ਵਿਰੋਧ ਕਰਾਂਗੇ। ਅਸੀਂ ਕਾਂਗਰਸ ਨਹੀਂ ਛੱਡਦੇ, ਨਾ ਛੱਡੀ ਹੈ ਕਾਂਗਰਸ, ਸਾਨੂੰ ਛੱਡ ਜੂ ਉਹ ਕਾਂਗਰਸ ਪਾਰਟੀ ਦੀ ਮਰਜ਼ੀ ਹੈ। ਹੁਣ ਇੱਥੇ ਰਾਣਾ ਗੁਰਜੀਤ ਸਿੰਘ ਜੀ ਤੇ ਜਿਹੜੇ ਕ੍ਰਿਸ਼ਨਾ ਅਲਵਾਰੂ ਆਏ ਸੀ ਕੇਂਦਰੀ ਅਬਜ਼ਰਵਰ ਦੇ ਤੌਰ ਤੇ, ਉਹਨਾਂ ਕੋਲੇ ਕੋਈ ਤੁਹਾਨੂੰ ਆਪਦੀ ਗੱਲ ਦੱਸੀ ਇਹ ਇਲਾਕੇ ਦੇ ਹਾਲਾਤ ਬਾਰੇ? ਦੇਖੋ ਅਸੀਂ, ਸਾਡੇ ਮੰਤਰੀ ਜੀ ਬੜੇ ਸਤਿਕਾਰਯੋਗ ਹੈਗੇ, ਤੇ ਅਸੀਂ ਉਹਨਾਂ ਨੂੰ ਗੱਲ ਦੱਸਣੀ ਚਾਹੀ, ਉਹਨਾਂ ਨੇ ਨਹੀਂ ਸੁਣੀ ਸਾਡੀ ਗੱਲ। ਪਰ ਅਸੀਂ ਕ੍ਰਿਸ਼ਨਾ ਅਲਵਾਰਾ ਜੀ ਜਿਹੜੇ ਆਏ ਸੀ, ਉਹਨਾਂ ਦੇ ਧਿਆਨ 'ਚ ਸਾਰੀ ਗੱਲ ਲਿਆਤੀ। ਉਹਨਾਂ ਨੇ ਬੜੇ ਪਿਆਰ ਨਾਲ ਸਾਡੀ ਗੱਲ ਸੁਣੀ ਵੀ ਹੈ, ਔਰ ਉਹ ਗੱਲ ਵੀ ਦੇ ਕੇ ਗਏ ਨੇ, ਉਹ ਭਰੋਸਾ ਵੀ ਦੇ ਕੇ ਗਏ ਨੇ। ਉਹ ਕਹਿੰਦੇ ਵੀ ਅਸੀਂ ਤੁਹਾਡੀ ਗੱਲ ਆ ਜਿਹੜੀ ਉਹ ਰਾਹੁਲ ਗਾਂਧੀ ਤੱਕ ਅਸੀਂ ਪਹੁੰਚਾਵਾਂਗੇ, ਅਸੀਂ ਉੱਥੇ ਰੱਖਾਂਗੇ। ਤੇ ਪਰ ਜਿੱਥੇ ਸਾਡੇ ਮੰਤਰੀ ਜੀ ਦੀ ਗੱਲ ਹੈ, ਉਹ ਸਾਨੂੰ ਚੁੱਪੀ ਕਰਾਉਂਦੇ ਰਹੇ ਨੇ, ਉਹਨਾਂ ਨੇ ਸਾਡਾ ਕੋਈ ਬਾਹਲਾ ਸਾਡੀ ਗੱਲ ਨਹੀਂ ਸੁਣੀ। ਚਲੋ ਬਾਜਵਾ ਸਾਹਿਬ ਬਹੁਤ ਬਹੁਤ ਧੰਨਵਾਦ। ਉਮੀਦ ਕਰਦਾ ਤੁਹਾਡੀਆਂ ਜਿਹੜੀਆਂ ਵਰਕਰਾਂ ਦੀਆਂ ਭਾਵਨਾਵਾਂ ਹੋ ਸਕਦਾ ਉਹ ਮਤਲਬ ਕਾਂਗਰਸ ਹਾਈ ਕਮਾਂਡ ਤੱਕ ਜਾਣ, ਤੇ ਕੋਈ ਤੁਹਾਨੂੰ ਇਸ ਤਰ੍ਹਾਂ ਦਾ ਮੌਕਾ ਨਾ ਮਿਲੇ ਵੀ ਤੁਸੀਂ ਕਾਂਗਰਸ ਪਾਰਟੀ ਛੱਡੋ। ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਦਰਸ਼ਕਾਂ ਦਾ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਟੂਡੇ ਨਿਊਜ਼ ਦਾ, ਜਿਨ੍ਹਾਂ ਨੇ ਮੈਨੂੰ ਇੱਥੇ ਸੱਦ ਕੇ ਮਾਨ ਸਨਮਾਨ ਬਖਸ਼ਿਆ। ਸਾਰੇ ਹੀ ਵਰਕਰਾਂ ਦਾ ਧੰਨਵਾਦ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ।